ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 112 ਤੇ ਵਿਚਾਲੇ ਜੇ ਕਰਕੇ ਹੈ ਮਾਝ ਮਹਿਲਾ ਤੀਜਾ, ਤੀਸਰੇ ਪਾਤਸ਼ਾਹ ਦੀ ਬਾਣੀ ਹੈ। ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ। ਜਿਨ ਸੱਚ ਪੱਲੇ ਸੱਚ ਵਖਾਣੇ, ਸੱਚ ਕਸਵਟੀ ਲਾਵਣੇ। ਕਹਿੰਦੇ ਅੰਦਰ ਹੀਰਾ ਲਾਲ ਬਣਾਇਆ। ਸਾਡੇ ਅੰਦਰ ਪਰਮਾਤਮਾ ਦਾ ਨਾਮ ਹੈ, ਜਿਹਨੂੰ ਹੀਰਾ ਜਾਂ ਲਾਲ ਕਿਹਾ ਜਾਂਦਾ ਹੈ। ਇਹ ਸਾਡੇ ਅੰਦਰ ਹੈ, ਪਰ ਮਿਲਦਾ ਕਿਨੂੰ ਹੈ? ਗੁਰ ਕੈ ਸ਼ਬਦ ਪਰਖ ਪਰਖਾਇਆ। ਇਸ ਹੀਰੇ ਨੂੰ ਉਹੀ ਪਰਖ ਸਕਦਾ ਹੈ, ਉਹੀ ਪ੍ਰਾਪਤ ਕਰ ਸਕਦਾ ਹੈ ਗੁਰ ਕੈ ਸ਼ਬਦ, ਜਿਹਦੇ ਕੋਲ ਗੁਰੂ ਦਾ ਸ਼ਬਦ ਹੈ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੇ ਗੁਰਮੰਤਰ ਰਾਹੀਂ। ਸ਼ਬਦ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ ਗੁਰਮੰਤਰ ਹੁੰਦਾ, ਦੂਜਾ ਉਪਦੇਸ਼ ਹੁੰਦਾ ਹੈ। ਸਿੱਖ ਨੂੰ ਪੰਜ ਪਿਆਰਿਆਂ ਤੋਂ ਗੁਰਮੰਤਰ ਮਿਲਦਾ ਹੈ ਅਤੇ ਬਾਣੀ ਤੋਂ ਉਹਨੂੰ ਉਪਦੇਸ਼ ਮਿਲਦਾ ਹੈ। ਗੁਰਮੰਤਰ ਦਾ ਜਿਸ ਨੇ ਜਾਪ ਕਰਨਾ ਹੈ, ਉਹਨੇ ਜੀਵਨ ਕਿਹੋ ਜਿਹਾ ਜਿਉਣਾ। ਇਹ ਨਾ ਚੋਰੀਆਂ ਵੀ ਕਰੇ ਤੇ ਵਾਹਿਗੁਰੂ ਵਾਹਿਗੁਰੂ ਕਰੇ, ਜੇ ਠੱਗੀਆਂ ਵੀ ਕਰੇ ਜੇ ਤੇ ਵਾਹਿਗੁਰੂ ਵਾਹਿਗੁਰੂ ਕਰੇ, ਜੇ ਮਿਲਾਵਟਾਂ ਵੀ ਕਰੇ ਤੇ ਵਾਹਿਗੁਰੂ ਵਾਹਿਗੁਰੂ ਕਰੇ। ਇਸ ਤਰ੍ਹਾਂ ਕੋਈ ਗੱਲ ਨਹੀਂ ਬਣਨੀ। ਚਾਹੇ ਸਾਰੀ ਉਮਰ ਲੱਗੇ ਰਹੋ, ਨਾ ਕੋਈ ਆਤਮ ਤਰੱਕੀ ਹੋਣੀ ਹੈ, ਨਾ ਪਰਮਾਤਮਾ ਦੀ ਪ੍ਰਾਪਤੀ ਹੋਣੀ ਹੈ। ਇਸ ਲਈ ਨਾਲ ਉਪਦੇਸ਼ ਹੁੰਦਾ। ਸੋ ਜਿਹੜਾ ਗੁਰੂ ਦੇ ਸ਼ਬਦ ਰਾਹੀਂ ਇਸ ਹੀਰੇ ਨੂੰ ਫਿਰ ਪਰਖ ਲੈਂਦਾ, ਭਾਵ ਇਸ ਹੀਰੇ ਨਾਮ ਰੂਪੀ ਹੀਰੇ ਨੂੰ ਪ੍ਰਾਪਤ ਕਰ ਲੈਂਦਾ। ਗੁਰਮੰਤਰ ਸਾਧਨ ਹੈ ਨਾਮ ਤੱਕ ਪਹੁੰਚਣ ਦਾ। ਇਹ ਤੋਂ ਜੇ ਆਪਾਂ ਸੌਖਾ ਤਰੀਕਾ ਕਹਿਣ ਦਾ ਵੀ ਫਲਾਣੇ ਨੂੰ ਨਾਮ ਮਿਲ ਗਿਆ ਜੀ, ਗੁਰਮੰਤਰ ਐਕਚੁਅਲੀ ਮਿਲਿਆ ਹੁੰਦਾ ਹੈ। ਗੁਰਮੰਤਰ ਦਾ ਜਾਪ ਹੀ ਬੜੀ ਦੁਨੀਆ ਕਰਦੀ ਹੈ, ਪਰ ਨਾਮ ਤੱਕ ਕੋਈ ਵਿਰਲਾ ਟਾਵੇਂ ਹੀ ਪਹੁੰਚਦਾ ਹੈ। ਪਰ ਜਿਹੜਾ ਗੁਰੂ ਦੇ ਸ਼ਬਦ 'ਤੇ ਭਰੋਸਾ ਰੱਖ ਕੇ ਲੱਗਾ ਰਹਿੰਦਾ ਹੈ, ਨਾਮ ਜਪੀ ਜਾਂਦਾ ਹੈ, ਬਾਣੀ ਅਨੁਸਾਰ ਜੀਵਨ ਜਿਉਂਦਾ ਹੈ, ਉਸ ਅੰਦਰਲੇ ਹੀਰੇ ਨੂੰ ਪਰਖ ਲੈਂਦਾ ਹੈ। ਜਿਨ ਸੱਚ ਪੱਲੇ ਸੱਚ ਵਖਾਣੇ। ਜਿਨ੍ਹਾਂ ਦੇ ਪੱਲੇ ਸੱਚ ਹੁੰਦਾ ਹੈ, ਉਹ ਸੱਚ ਹੀ ਬੋਲਦੇ ਹਨ। ਸੱਚ ਕਸਵੱਟੀ ਲਾਵਣੇ, ਅਤੇ ਉਹ ਸੱਚ ਨੂੰ ਕਸਵੱਟੀ ਬਣਾਉਂਦੇ ਨੇ। ਜਿਵੇਂ ਸੁਨਹਿਰਿਆਂ ਕੋਲੇ ਕਸਵੱਟੀ ਹੁੰਦੀ ਹੈ, ਤੁਸੀਂ ਸੋਨੇ ਦਾ ਕੋਈ ਗਹਿਣਾ ਲੈ ਕੇ ਗਏ ਹੋ, ਉਹ ਉਸ 'ਤੇ ਘਸਾ ਕੇ ਵੇਖਦਾ ਅਸਲੀ ਹੈ ਕਿ ਨਕਲੀ ਹੈ, ਨਹੀਂ ਤਾਂ ਬਾਹਰੋਂ ਦੇਖਣ ਨੂੰ ਕੀ ਹੈ। ਉਹ ਜਿਵੇਂ ਇੱਕ ਨੇ ਮੈਨੂੰ ਜਿਹੜਾ ਹੈ ਮਾਲਾ ਦਿੱਤੀ, ਇਹ ਜੀ ਚਾਂਦੀ ਦੀ ਹੈ। ਮੈਂ ਸੋਚਿਆ ਇਹ ਭਾਰੀ ਹੈ, ਇਹ 4000 ਦੀ ਨਹੀਂ ਆ ਸਕਦੀ। ਕਿਉਂ? ਲੋਹਾ ਸੀ, ਉਹਦੇ ਉੱਤੇ ਉਹਨਾਂ ਨੇ ਚਾਂਦੀ ਦੀ ਪਾਲਿਸ਼ ਕੀਤੀ ਹੋਈ ਸੀ, ਚਾਂਦੀ ਕਹਿ ਕੇ ਵੇਚਦੀ। ਉਹ 3-4 ਮਹੀਨਿਆਂ ਬਾਅਦ ਉੱਤੋਂ ਜਿਹੜੀ ਚਾਂਦੀ ਸੀ ਲੈ ਲੂ ਗਈ ਅਤੇ ਵਿੱਚੋਂ ਨਿਕਲਿਆ ਉਸਨੇ। ਸੋ ਕਸਵੱਟੀ ਹੋਣੀ ਚਾਹੀਦੀ ਹੈ ਜਿਸ ਦੇ ਪਰਖਣ। ਜਿਨ੍ਹਾਂ ਦੇ ਪੱਲੇ ਸੱਚ ਹੁੰਦਾ ਹੈ, ਉਹ ਸੱਚ ਬੋਲਦੇ ਨੇ ਅਤੇ ਦੂਸਰੇ ਨੂੰ ਵੀ ਇਸ ਸੱਚ ਦੀ ਕਸਵੱਟੀ 'ਤੇ ਪਰਖਦੇ ਨੇ। ਹਉ ਵਾਰੀ ਜੀਓ ਵਾਰੀ, ਗੁਰ ਕੀ ਬਾਣੀ ਮਨ ਵਸਾਵਣੇ। ਗੁਰੂ ਮਹਾਰਾਜ ਕੇ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਸ ਤੋਂ ਵਾਰੀ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਜਿਹੜੇ ਗੁਰੂ ਦੀ ਬਾਣੀ ਨੂੰ ਮਨ 'ਚ ਵਸਾ ਲੈਂਦੇ ਨੇ। ਜਿਸ ਇਨਸਾਨ ਦੇ ਹਿਰਦੇ 'ਚ ਬਾਣੀ ਵਸ ਜਾਂਦੀ ਨਾ, ਉਹਦਾ ਜੀਵਨ ਬਾਣੀ ਅਨੁਸਾਰ ਹੋ ਜਾਂਦਾ ਹੈ, ਉਂਝ ਨਹੀਂ ਹੁੰਦਾ।
ਬਹੁਤ ਸਾਰੇ ਦੁਨੀਆ ਸਾਡੇ ਵਰਗੀ ਬਾਣੀ ਪੜ੍ਹਦੀ ਹੈ, ਬਾਣੀ ਗਾਉਂਦੀ ਹੈ, ਬਾਣੀ ਦੀ ਕਥਾ ਕਰਦੀ ਹੈ, ਪਰ ਬਾਣੀ ਹਿਰਦੇ 'ਚ ਨਹੀਂ ਵਸਦੀ। ਇਸ ਲਈ ਜੀਵਨ ਬਾਣੀ ਅਨੁਸਾਰ ਨਹੀਂ ਹੁੰਦਾ। ਅਤੇ ਜਿੰਨਾ ਚਿਰ ਜੀਵਨ ਹੀ ਨਹੀਂ ਬਾਣੀ ਅਨੁਸਾਰ ਹੋਇਆ, ਪ੍ਰਾਪਤੀ ਕੋਈ ਹੁੰਦੀ ਨਹੀਂ ਹੈ। ਹਾਂ, ਬਾਣੀ ਦੇ ਗਿਆਨ ਨਾਲ ਤੁਸੀਂ ਮਾਇਆ ਕਮਾ ਸਕਦੇ ਹੋ, ਇਹ 'ਚ ਕੋਈ ਸ਼ੱਕ ਨਹੀਂ। ਕੋਈ ਬਾਣੀ ਦਾ ਪਾਠ ਕਰਕੇ ਮਾਇਆ ਕਮਾ ਰਿਹਾ ਹੈ, ਕੋਈ ਕੀਰਤਨ ਕਰਕੇ ਕਮਾ ਰਿਹਾ ਹੈ, ਕੋਈ ਇਹਦੀ ਕਥਾ ਕਰਕੇ ਕਮਾ ਰਿਹਾ ਹੈ। ਮਾਇਆ ਤੇ ਕਮਾਈ ਜਾ ਸਕਦੀ ਹੈ, ਭਾਵੇਂ ਜੀਵਨ ਗੁਰਬਾਣੀ ਅਨੁਸਾਰ ਨਾ ਹੋਵੇ, ਪਰ ਜਿਹਦਾ ਉਦੇਸ਼ ਜੀਵਨ ਦਾ ਪਰਮਾਤਮਾ ਦੀ ਪ੍ਰਾਪਤੀ ਹੈ ਨਾ, ਉਹਨੂੰ ਫਿਰ ਆਪਣਾ ਜੀਵਨ ਗੁਰਬਾਣੀ ਅਨੁਸਾਰ ਬਣਾਉਣਾ ਪਏਗਾ। ਸੋ ਇਸ ਲਈ ਕਿ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ ਜਿਹੜੇ ਗੁਰੂ ਦੀ ਬਾਣੀ ਨੂੰ ਮਨ 'ਚ ਵਸਾ ਲੈਂਦਾ ਹੈ। ਅੰਜਨ ਮਾਹੇ ਨਿਰੰਜਨ ਪਾਇਆ, ਜੋਤੀ ਜੋਤ ਮਿਲਾ ਬਣਿਆ। ਅੰਜਨ ਹੁੰਦਾ ਮਾਇਆ, ਨਿਰੰਜਨ ਹੁੰਦਾ ਮਾਇਆ ਤੋਂ ਨਿਰਲੇਪ ਹੋਵੇ। ਜਦੋਂ ਬਾਣੀ ਸਾਡੇ ਹਿਰਦੇ 'ਚ ਵਸ ਜਾਏਗੀ, ਭਾਵ ਸਾਡਾ ਜੀਵਨ ਬਾਣੀ ਅਨੁਸਾਰ ਹੋ ਜਾਵੇਗਾ, ਤਾਂ ਇਸ ਮਾਇਆ ਦੇ ਵਿੱਚ ਜੋ ਨਿਰਲੇਪ ਰਹਿਣ ਵਾਲਾ ਪਰਮਾਤਮਾ ਹੈ, ਨਿਰੰਜਨ ਹੈ, ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਰਹਿਣਾ ਅਸੀਂ ਇਸੇ ਸੰਸਾਰ 'ਚ ਹੈ, ਰਹਿਣਾ ਇਸੇ ਸੰਸਾਰ 'ਚ ਹੈ, ਰਹਿਣਾ ਮਾਇਆ ਦੇ ਵਿੱਚ ਹੀ ਹੈ, ਅਤੇ ਪ੍ਰਾਪਤੀ ਉਸ ਨਿਰੰਜਨ ਦੀ ਕਰਨੀ ਹੈ ਜੋ ਮਾਇਆ ਤੋਂ ਨਿਰਲੇਪ ਹੈ। ਅੰਜਨ ਮਾਹੇ ਨਿਰੰਜਨ ਪਾਇਆ, ਉਹ ਫਿਰ ਇਸ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਉਸ ਨਿਰਲੇਪ ਪਰਮਾਤਮਾ ਨੂੰ ਪਾ ਲੈਂਦੇ ਹਨ। ਜੋਤੀ ਜੋਤ ਮਿਲਾ ਬਣਿਆ, ਅਤੇ ਫਿਰ ਉਹਨਾਂ ਦੀ ਜੋਤ ਪਰਮਾਤਮਾ ਦੀ ਜੋਤ 'ਚ ਮਿਲ ਜਾਂਦੀ ਹੈ। ਸੋ ਅਸੀਂ ਜਿੱਥੇ ਬਾਣੀ ਪੜ੍ਹਨੀ ਹੈ, ਗਾਉਣੀ ਹੈ, ਵਿਚਾਰਨੀ ਹੈ, ਉੱਥੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਜੀਵਨ ਨੂੰ ਬਾਣੀ ਅਨੁਸਾਰ ਬਣਾਉਂਦੇ ਜਾਈਏ। ਰਾਤੇ ਰਾਤ ਐਡੀ ਵੱਡੀ ਤਬਦੀਲੀ ਨਹੀਂ ਆਉਂਦੀ, ਕਿਉਂ? ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਸਾਡੇ ਅੰਦਰ ਮਾੜੇ ਸੰਸਕਾਰ ਹਨ, ਉਹ ਰੁਕਾਵਟ ਪਾਉਂਦੇ ਰਹਿੰਦੇ ਨੇ ਭਜਨ ਬੰਦਗੀ ਦੇ ਵਿੱਚ। ਫਿਰ ਲੱਗੇ ਰਹੀਏ, ਫਿਰ ਜਾ ਕੇ ਕਿਤੇ ਉਹ ਸੰਸਕਾਰਾਂ ਦੀ ਮੈਲ ਉਤਰਨੀ ਸ਼ੁਰੂ ਹੁੰਦੀ ਹੈ, ਫਿਰ ਕਿਤੇ ਜਾ ਕੇ ਹਿਰਦਾ ਸ਼ੁੱਧ ਹੁੰਦਾ ਹੈ, ਫਿਰ ਜਾ ਕੇ ਕਿਤੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਲਈ ਲੱਗੇ ਰਹਿਣਾ ਹੈ। ਜਿਹੜੇ ਲੱਗੇ ਰਹਿੰਦੇ ਨੇ ਉਹ ਕਿਤੇ ਨਾ ਕਿਤੇ ਪਹੁੰਚ ਜਾਂਦੇ ਹਨ। ਰਹਾਓ, ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਅਤ ਅਗਮ ਅਪਾਰਾ। ਇਹਨੂੰ ਅਗਮ ਨਹੀਂ ਪੜ੍ਹਨਾ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਅਗਮ। ਨਾਮ ਨਿਰੰਜਨ ਅਤ ਅਗਮ ਅਪਾਰਾ, ਗੁਰਮੁਖ ਹੋਵੇ ਸੋਈ ਪਾਏ, ਆਪੇ ਬਖਸ਼ ਮਿਲਾ ਬਣੇ। ਇਸ ਕਾਇਆ ਹਿੰਦੀ ਦਾ, ਕਾਇਆ ਪੰਜਾਬੀ ਦਾ। ਇਸ ਕਾਇਆ ਅੰਦਰ ਬਹੁਤ ਪਸਾਰਾ, ਇਸ ਸਰੀਰ ਦੇ ਵਿੱਚ ਬਹੁਤ ਕੁਛ ਹੈ। ਇਸ ਸਰੀਰ ਦੇ ਵਿੱਚ ਤਾਂ ਹੀ ਕਹਿੰਦੇ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ। ਜੋ ਬ੍ਰਹਮੰਡ 'ਚ ਹੈ ਉਹੀ ਇਸ ਸਰੀਰ ਦੇ ਵਿੱਚ ਹੈ। ਅਤੇ ਸਰੀਰ ਦੇ ਵਿੱਚ ਜਿੱਥੇ ਹੋਰ ਬਹੁਤ ਕੁਛ ਹੈ, ਉੱਥੇ ਨਾਮ ਨਿਰੰਜਨ ਅਤ ਅਗਮ ਅਪਾਰ। ਉਹ ਪਰਮਾਤਮਾ ਜੋ ਮਾਇਆ ਤੋਂ ਨਿਰਲੇਪ ਹੈ, ਜੋ ਅਗਮ, ਜਿਹਦੇ ਤੱਕ ਇੰਦਰੀਆਂ ਦੀ ਪਹੁੰਚ ਨਹੀਂ ਹੈ, ਅਪਾਰ, ਜੋ ਬੇਅੰਤ ਹੈ, ਉਹਦਾ ਨਾਮ ਵੀ ਇਸੇ ਸਰੀਰ ਦੇ ਵਿੱਚ ਹੈ। ਗੁਰਮੁਖ ਹੋਵੇ ਸੋਈ ਪਾਏ। ਜਿਹੜਾ ਫਿਰ ਗੁਰਮੁਖ ਹੋ ਜਾਂਦਾ ਹੈ, ਜਿਹੜਾ ਗੁਰੂ ਦੇ ਆਖੇ ਲੱਗਦਾ ਹੈ। ਅਸੀਂ ਅੱਧੇ ਕੁ ਗੁਰਮੁਖ ਹਾਂ, ਅੱਧੇ ਕੁ ਮਨਮੁਖ ਹਾਂ। ਲੱਗੇ ਤਾਂ ਹੈ ਗੁਰਮੁਖ ਬਣਨ ਲਈ, ਪਰ ਅਜੇ ਅੱਧੇ ਕੁ ਗੁਰਮੁਖ ਹਾਂ, ਅੱਧੇ ਕੁ ਅਜੇ ਮਨਮੁਖ ਹਾਂ। ਕਿਤੇ ਗੁਰੂ ਦੀ ਗੱਲ ਮੰਨ ਲੈਂਦੇ ਹਾਂ, ਜੇ ਦੇਖਿਆ ਵੀ ਔਖੀ ਹੈ ਫਿਰ ਆਪਣੀ ਮਰਜ਼ੀ ਕਰ ਲੈਂਦੇ ਹਾਂ, ਇਸ ਲਈ ਜਦੋਂ ਬੰਦਾ ਗੁਰਮੁਖ ਹੋ ਜਾਂਦਾ ਹੈ, ਫਿਰ ਉਸਨੂੰ ਇਹ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ।
ਪਰਮਾਤਮਾ ਮਿਲ ਗਿਆ ਕਿ ਪਰਮਾਤਮਾ ਦਾ ਨਾਮ ਮਿਲ ਗਿਆ, ਇੱਕੋ ਹੀ ਗੱਲ ਹੁੰਦੀ ਹੈ। ਨਾਮ ਅਤੇ ਨਾਮੀ ਵਿੱਚ ਕੋਈ ਫਰਕ ਨਹੀਂ ਹੋਇਆ ਕਰਦਾ। ਜਿਵੇਂ ਵਾਹਿਗੁਰੂ ਇੱਕ ਨਾਮ ਵੀ ਹੈ ਅਤੇ ਵਾਹਿਗੁਰੂ ਪਰਮਾਤਮਾ ਵੀ ਹੈ। ਇਸ ਲਈ ਵਾਹਿਗੁਰੂ ਵਾਹਿਗੁਰੂ ਕਰਦਿਆਂ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਜਿਹੜਾ ਗੁਰਮੁਖ ਹੁੰਦਾ ਹੈ ਉਹਨੂੰ ਇਸ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਆਪੇ ਬਖਸ਼ ਮਿਲਾ ਬਣਿਆ, ਫਿਰ ਪਰਮਾਤਮਾ ਆਪ ਹੀ ਉਹਦੇ ਔਗੁਣਾਂ ਨੂੰ ਬਖਸ਼ ਦਿੰਦਾ ਅਤੇ ਆਪਣੇ ਨਾਲ ਮਿਲਾ ਲੈਂਦਾ ਹੈ। ਬਸ ਅਸੀਂ ਤਾਂ ਗੁਰਮੁਖ ਬਣਨ ਦੀ ਕੋਸ਼ਿਸ਼ ਕਰਨੀ ਹੈ। ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਢਾਲਦੇ ਰਹਿਣਾ, ਲੱਗੇ ਰਹਿਣਾ, ਯਤਨਸ਼ੀਲ ਲੱਗੇ ਰਹਿਣਾ। ਮੇਰਾ ਠਾਕੁਰ ਸੱਚ ਦਿਰੜਾਏ, ਗੁਰ ਪ੍ਰਸਾਦੀ ਸੱਚ ਚਿਤ ਲਾਏ। ਸੱਚੋ ਸੱਚ ਵਰਤੈ ਸਭਨੀ ਥਾਈਂ, ਸੱਚੇ ਸੱਚ ਸਮਾਵਣੇ। ਜਿਹੜੇ ਕਹਿੰਦੇ ਮੇਰਾ ਜਿਹੜਾ ਪਰਮਾਤਮਾ ਨਾ, ਮੇਰਾ ਠਾਕੁਰ, ਮੇਰਾ ਪਰਮਾਤਮਾ ਸੱਚ ਦਿਰੜਾਏ, ਸਾਡੇ ਅੰਦਰ ਸੱਚ ਦ੍ਰਿੜ ਕਰਾਉਂਦਾ ਹੈ। ਜਿਹੜਾ ਪਰਮਾਤਮਾ ਹੈ ਉਹ ਸਾਡੇ ਅੰਦਰ ਨਾਮ ਦ੍ਰਿੜ ਕਰਾਉਂਦਾ ਹੈ। ਗੁਰ ਪ੍ਰਸਾਦੀ ਸੱਚ ਚਿਤ ਲਾਏ, ਫਿਰ ਇਨਸਾਨ ਗੁਰੂ ਦੀ ਕਿਰਪਾ ਨਾਲ ਨਾਮ ਦੇ ਵਿੱਚ ਚਿੱਤ ਲਾਉਂਦਾ ਹੈ। ਫਿਰ ਨਾਮ ਬੜੇ ਧਿਆਨ ਨਾਲ ਜਪਦਾ ਹੈ। ਸੱਚੋ ਸੱਚ ਵਰਤੈ ਸਭਨੀ ਥਾਈਂ, ਸਭ ਥਾਵਾਂ 'ਤੇ ਪਰਮਾਤਮਾ ਹੀ ਵਰਤ ਰਿਹਾ ਹੈ। ਸੱਚੇ ਸੱਚ ਸਮਾਵਣੇ, ਅਤੇ ਸੱਚ ਦੇ ਰਾਹੀਂ ਹੀ ਉਸ ਸੱਚੇ ਦੇ ਵਿੱਚ ਸਮਾਇਆ ਜਾ ਸਕਦਾ ਹੈ। ਜੇ ਸਾਡਾ ਜੀਵਨ ਸੱਚ ਦੇ ਅਨੁਸਾਰ ਹੋ ਜਾਏਗਾ ਤਾਂ ਫਿਰ ਹੀ ਅਸੀਂ ਉਸ ਸੱਚੇ ਦੇ ਵਿੱਚ ਸਮਾ ਸਕਦੇ ਹਾਂ। ਕਿਸੇ ਨਾਲ ਰਲਣ ਲਈ ਜ਼ਰੂਰੀ ਹੈ ਕਿ ਸਾਨੂੰ ਉਹਦੇ ਵਰਗਾ ਹੋਣਾ ਪੈਣਾ। ਜਿੰਨਾ ਚਿਰ ਅਸੀਂ ਉਹਦੇ ਵਰਗਾ ਨਹੀਂ ਹੁੰਦੇ, ਉਹਦੇ ਨਾਲ ਨਹੀਂ ਰਲ ਸਕਦੇ। ਜਿਸ ਦੀ ਵੀ ਤੁਸੀਂ ਸੰਗਤ ਕਰਨੀ ਹੈ, ਤੁਹਾਨੂੰ ਉਹਦੇ ਵਰਗਾ ਹੋਣਾ ਪਏਗਾ, ਤਾਂ ਹੀ ਸੰਗਤ ਹੋ ਸਕਦੀ। ਇੱਕ ਪਾਸੇ ਪੀਣ ਵਾਲੇ ਨੇ, ਇੱਕ ਪਾਸੇ ਵੈਸ਼ਨੂੰ ਦੀ ਸੰਗਤ ਨਹੀਂ ਹੋ ਸਕਦੀ। ਉਹ ਤਾਂ ਹੀ ਹੋ ਸਕਦੀ ਜੇ ਵੈਸ਼ਨੂਪਣਾ ਛੱਡ ਕੇ ਘੁੱਟ ਪੀਣ ਲੱਗ ਜੇ, ਫਿਰ ਠੀਕ ਹੈ। ਸੋ ਪਰਮਾਤਮਾ ਦੇ ਨਾਲ ਸਾਡੀ ਤਾਂ ਹੀ ਬਣ ਆ ਸਕਦੀ ਹੈ, ਅਸੀਂ ਪਰਮਾਤਮਾ ਵਿੱਚ ਤਾਂ ਹੀ ਮਿਲ ਸਕਦੇ ਹਾਂ ਜੇ ਅਸੀਂ ਸੱਚ ਅਨੁਸਾਰ ਜੀਵਨ ਜਿਉਂਦੇ ਹਾਂ। ਵੇ ਪ੍ਰਵਾਹ ਸੱਚ ਮੇਰਾ ਪਿਆਰਾ, ਇਹਨੂੰ ਵੇ ਪ੍ਰਵਾਹ ਨਹੀਂ ਬੋਲਣਾ। ਹਾਹੇ ਨੂੰ ਔਂਕੜ 'ਤੇ ਇਸ ਲਈ ਲੱਗਿਆ ਕਿ ਵੇ ਪ੍ਰਵਾਹ ਸ਼ਬਦ ਇੱਕ ਵਚਨ ਹੈ। ਜਿਹੜਾ ਸ਼ਬਦ ਇੱਕ ਵਚਨ ਹੋਵੇ ਉਹਦੇ ਹੇਠਾਂ ਔਂਕੜ ਲੱਗਾ ਹੁੰਦਾ ਅਖੀਰਲੇ ਅੱਖਰ 'ਤੇ। ਹਾਂ, ਜੇ ਉਹ ਕਿਰਿਆ ਹੋਵੇ ਤਾਂ ਫਿਰ ਬੋਲਣ ਲਈ ਹੁੰਦਾ। ਜੇ ਸ਼ਬਦ ਕਿਰਿਆ ਹੋਵੇ ਤਾਂ ਅਖੀਰਲਾ ਜਿਹੜਾ ਔਂਕੜ ਹੈ ਉਹ ਬੋਲਣ ਲਈ ਹੁੰਦਾ। ਜਿਵੇਂ ਆਵੋ ਜਾਵੋ। ਜੇ ਸ਼ਬਦ ਕਿਰਿਆ ਨਹੀਂ ਹੈ ਤਾਂ ਫਿਰ ਅਖੀਰਲਾ ਔਂਕੜ ਜਿਹੜਾ ਹੈ ਉਹ ਇਹ ਦੱਸ ਰਿਹਾ ਕਿ ਇਹ ਪੁਲਿੰਗ ਹੈ, ਇਸ ਲਈ ਹਾਹੇ ਨੂੰ ਔਂਕੜ ਲਾਇਆ। ਇਹ ਬੋਲਣ ਲਈ ਨਹੀਂ ਲਾਇਆ, ਇਹ ਦੱਸਣ ਲਈ ਲਾਇਆ। ਬੜਾ ਕੁਛ ਬਾਣੀ ਦੇ ਵਿੱਚ ਜਿਹੜਾ ਬੋਲਿਆ ਨਹੀਂ ਜਾ ਸਕਦਾ, ਜਿਹੜਾ ਬੋਲਿਆ ਨਹੀਂ ਜਾ ਸਕਦਾ। ਹੁਣ ਬਾਣੀ ਲਿਖਿਆ ਸਤਿਨਾਮ, ਸੱਸਾ ਤੱਤੇ ਨੂੰ ਸੈਰੀ, ਨੰਨੇ ਨੂੰ ਕੰਨਾ, ਮੰਮੇ ਨੂੰ ਔਂਕੜ। ਕੀ ਤੁਸੀਂ ਇਸਨੂੰ ਸਤਿਨਾਮੂ ਬੋਲੋਗੇ? ਫਿਰ ਤਾਂ ਹੋ ਜਾਊਗਾ ਇੱਕ ਓ ਸਤਿਨਾਮੂ ਕਰਤਾ ਪੁਰਖ ਨਿਰਭਉ ਨਿਰਵੈਰੂ, ਫਿਰ ਤਾਂ ਬੋਲੋਗੇ। ਕਿਸੇ ਵੀ ਜ਼ਬਾਨ ਦੇ ਵਿੱਚ ਜਿਵੇਂ ਲਿਖਿਆ ਹੁੰਦਾ ਉਵੇਂ ਨਹੀਂ ਬੋਲਿਆ ਜਾਂਦਾ। ਹਾਂ, ਜ਼ਿੱਦ ਫੜ ਲੈਣੀ ਉਹ ਇੱਕ ਵੱਖਰੀ ਗੱਲ ਹੈ। ਕੋਈ ਵੀ ਜ਼ਬਾਨ ਲੈ ਲਓ। ਹੀ ਇਜ਼ ਵਾਕਿੰਗ ਲਿਖਿਆ ਵਾਲਕਿੰਗ, ਲਿਖਿਆ ਤਾਂ ਵਾਲਕਿੰਗ, ਆਪਾਂ ਕੀ ਬੋਲਦੇ ਹੀ ਇਜ਼ ਵਾਕਿੰਗ। ਲਿਖਿਆ ਹੀ ਇਜ਼ ਟਾਲਕਿੰਗ, ਆਪਾਂ ਬੋਲਦੇ ਹੀ ਇਜ਼ ਟਾਕਿੰਗ। ਜਿੰਨੀਆਂ ਵੀ ਜ਼ਬਾਨਾਂ ਨੇ, ਹੁਣ ਲਿਖਿਆ ਪੱਪਾ ਹਾ ਲੱਲੇ ਨੂੰ ਕੰਨਾ, ਬੋਲਦੇ ਆਪਾਂ ਦਲਾਵਾਂ ਲਾ ਕੇ ਪਹਿਲਾ। ਫਿਰ ਜਿਵੇਂ ਲਿਖਿਆ ਉਵੇਂ ਤਾਂ ਨਹੀਂ ਨਾ ਬੋਲਿਆ ਜਾ ਸਕਦਾ। ਇਸ ਲਈ ਬਾਣੀ ਖਾਸ ਕਰਕੇ ਇਸ ਦੇ ਵਿੱਚ
ਕਿਤੇ ਔਂਕੜ ਬੋਲਣਾ, ਕਿਤੇ ਨਹੀਂ ਬੋਲਣਾ, ਕਿਤੇ ਸਿਆਰੀ ਬੋਲਣੀ ਹੈ, ਕਿਤੇ ਨਹੀਂ ਬੋਲਣਾ। ਇਸ ਤਰ੍ਹਾਂ ਬਹੁਤ ਸਾਰੇ ਚੀਜ਼ ਨੇ। ਸੋ ਇਸ ਲਈ ਬਾਣੀ ਨੂੰ ਬੜੇ ਧਿਆਨ ਨਾਲ ਅਤੇ ਸੋਚ ਸਮਝ ਕੇ ਪੜ੍ਹਨਾ ਪੈਂਦਾ ਹੈ ਵੀ ਕੀ ਛੱਡਣਾ ਅਤੇ ਕੀ ਲਾਉਣਾ। ਜੇ ਤੁਸੀਂ ਕਹੋ ਨਹੀਂ ਜੀ ਹਾਏ ਨੌਕੜ ਬੋਲੇ, ਫਿਰ ਬੇਪਰਵਾਹੋ, ਅੱਗੇ ਫਿਰ ਕਹੋਗੇ ਸੱਚੂ, ਫਿਰ ਸੱਚ ਨਹੀਂ ਬੋਲ ਸਕਦੇ। ਫਿਰ ਕਹੋ ਸੱਚੂ, ਫਿਰ ਤਾਂ ਉਹੀ ਐਂ ਹੀ ਬੋਲਣਾ ਪਏਗਾ। ਇਸ ਲਈ ਜਿਵੇਂ ਲਿਖਿਆ ਹੁੰਦਾ ਉਵੇਂ ਨਹੀਂ ਬੋਲਿਆ ਜਾਂਦਾ ਹੁੰਦਾ। ਵੇ ਪ੍ਰਵਾਹ ਸੱਚ ਮੇਰਾ ਪਿਆਰਾ। ਹੁਣ ਸੱਚ ਜਿਹੜਾ ਹੈ ਇੱਕ ਵਚਨ ਹੋਣ ਕਰਕੇ ਹੇਠਾਂ ਔਂਕੜ ਲੱਗੇ ਤੇ ਪਲਿੰਗ। ਵੇ ਪ੍ਰਵਾਹ ਸੱਚ ਮੇਰਾ ਪਿਆਰਾ, ਕਿਲਵਖ ਅਵਗਨ ਕਾਟਣ ਹਾਰਾ, ਪ੍ਰੇਮ ਪ੍ਰੀਤ ਸਦਾ ਧਿਆਈਐ, ਭੈ ਭਾਏ ਭਗਤ ਦ੍ਰਿੜਾ ਬਣਿਆ। ਵੇ ਪ੍ਰਵਾਹ ਸੱਚ ਮੇਰਾ ਪਿਆਰਾ, ਮੇਰਾ ਪਿਆਰਾ ਪਰਮਾਤਮਾ ਬੇਪਰਵਾਹ ਹੈ। ਇੱਕ ਉਹਦੇ ਲਾਪਰਵਾਹ, ਜਿਹਨੂੰ ਕਹਿੰਦੇ ਕੇਅਰਲੈਸ। ਲਾਪਰਵਾਹ ਤੇ ਮਾੜਾ ਬੰਦਾ ਹੁੰਦਾ। ਉਹ ਜਿਹੜੇ ਭੈੜੇ ਲੋਕ ਉਹਦੇ ਲਾਪਰਵਾਹ ਹੁੰਦੇ ਨੇ। ਇੱਕ ਤਾਂ ਬੇਪਰਵਾਹ, ਚਿੰਤਾ ਤੋਂ ਰਹਿਤ। ਜੋ ਚਿੰਤਾ ਰਹਿਤ ਲੋਕ ਹੁੰਦੇ ਨੇ ਉਹ ਬੇਪਰਵਾਹ ਹੁੰਦੇ ਨੇ। ਹੁਣ ਪਰਮਾਤਮਾ ਨੇ ਕਿੰਨਾ ਕੁਛ ਬਣਾਇਆ ਹੈ, ਸਾਰਿਆਂ ਨੂੰ ਪਾਲ ਵੀ ਰਿਹਾ ਹੈ, ਪਰ ਚਿੰਤਾ ਨਹੀਂ ਕੋਈ ਕਰ ਰਿਹਾ। ਸਾਡੇ ਤਾਂ ਇੱਕ ਅੱਧਾ ਜਵਾਕ ਦਾ ਸਾਨੂੰ ਉਹਦੀ ਚਿੰਤਾ ਲੱਗੀ ਰਹਿੰਦੀ। 2-2.5 ਸਾਲਾਂ ਦਾ ਹੋਇਆ ਨਹੀਂ, ਚਿੰਤਾ ਸ਼ੁਰੂ ਹੋ ਜਾਂਦੀ ਵੀ ਇਹਨੂੰ ਕੋਈ ਚੱਜ ਦਾ ਸਕੂਲ ਮਿਲ ਜਾਏ। ਇਹੀ ਜਿੰਨਾ ਚਿਰ ਨਹੀਂ ਮਿਲ ਜਾਂਦਾ ਉਹਨਾਂ ਚਿਰ ਚਿੰਤਾ ਲੱਗੀ ਰਹਿੰਦੀ ਹੈ। ਇਸ ਲਈ ਅਸੀਂ ਬੇਪਰਵਾਹ ਨਹੀਂ ਹੋ ਸਕਦੇ। ਹਾਂ, ਜਾਂ ਨਾਮ ਦੀ ਬਹੁਤ ਉੱਚੀ ਅਵਸਥਾ ਹੋ ਜਾਏ ਫਿਰ ਜਾ ਕੇ ਬੰਦਾ ਬੇਪਰਵਾਹ ਹੁੰਦਾ ਹੈ। ਸੋ ਪਰਮਾਤਮਾ ਬੇਪਰਵਾਹ ਹੈ। ਮੇਰਾ ਪਿਆਰਾ ਪਰਮਾਤਮਾ ਬੇਪਰਵਾਹ ਹੈ। ਕਿਲਵਖ ਅਵਗਨ ਕਾਟਣ ਨਾਲ, ਕਿਲਵਖ ਹੁੰਦਾ ਪਾਪ, ਔਗਣ ਹੁੰਦੀਆਂ ਬੁਰਾਈਆਂ। ਉਹ ਪਾਪਾਂ ਅਤੇ ਬੁਰਾਈਆਂ ਨੂੰ ਕੱਟਣ ਵਾਲਾ ਹੈ। ਪ੍ਰੇਮ ਪ੍ਰੀਤ ਸਦਾ ਧਿਆਈਏ। ਕਹਿੰਦੇ ਪ੍ਰੇਮ ਨਾਲ ਉਹਨੂੰ ਸਦਾ ਧਿਆਉਣਾ ਚਾਹੀਦਾ ਹੈ। ਭੈ ਭਾਏ ਭਗਤ ਦ੍ਰਿੜਾ ਬਣਿਆ। ਪਰਮਾਤਮਾ ਦੇ ਭੈ ਡਰ 'ਚ ਰਹਿ ਕੇ, ਭਾਏ ਪਰਮਾਤਮਾ ਨੂੰ ਪਿਆਰ ਕਰਦਿਆਂ ਹੋਇਆਂ ਉਹਦੀ ਭਗਤੀ ਨੂੰ ਅੰਦਰ ਦ੍ਰਿੜ ਕਰਨਾ ਚਾਹੀਦਾ ਹੈ। ਜਦੋਂ ਅਸੀਂ ਨਾਮ ਜਪੀਏ ਨਾ, ਇੱਕ ਤਾਂ ਪਰਮਾਤਮਾ ਦਾ ਭੈ ਚਾਹੀਦਾ, ਇੱਕ ਉਹਦੇ ਨਾਲ ਪਿਆਰ ਚਾਹੀਦਾ। ਭੈ ਤੋਂ ਬਿਨਾਂ ਪਿਆਰ ਨਹੀਂ ਹੋ ਸਕਦਾ। ਮੈਂ ਰੱਬ ਤੋਂ ਡਰਦਾ ਹੀ ਨਹੀਂ, ਉਹਦੇ ਮੇਰਾ ਪਿਆਰ ਹੋ ਹੀ ਨਹੀਂ ਸਕਦਾ। ਮੈਂ ਗੁਰੂ ਮਹਾਰਾਜ ਤੋਂ ਡਰਦਾ ਹੀ ਨਹੀਂ ਅਤੇ ਮੇਰਾ ਗੁਰੂ ਨਾਲ ਪਿਆਰ ਨਹੀਂ ਹੋ ਸਕਦਾ। ਮੈਂ ਮਾਂ ਪਿਓ ਤੋਂ ਡਰਦਾ ਹੀ ਨਹੀਂ, ਮੇਰਾ ਮਾਂ ਪਿਓ ਨਾਲ ਪਿਆਰ ਨਹੀਂ ਹੋ ਸਕਦਾ। ਮੈਂ ਆਪਣੇ ਟੀਚਰ ਤੋਂ ਡਰਦਾ ਹੀ ਨਹੀਂ, ਉਹਦੇ ਨਾਲ ਪਿਆਰ ਨਹੀਂ ਹੋ ਸਕਦਾ। ਸੋ ਜਿਹੜਾ ਪਿਆਰ ਕਰਨਾ ਚਾਹੁੰਦਾ ਉਹਦੇ ਅੰਦਰ ਡਰ ਹੁੰਦਾ ਕਿ ਮੇਰਾ ਪਿਆਰਾ ਕਿਤੇ ਕਿਸੇ ਗੱਲ 'ਤੇ ਮੇਰੇ ਨਾਲ ਨਾਰਾਜ਼ ਨਾ ਹੋ ਜਾਏ। ਇਸ ਲਈ ਭੈ 'ਚ ਰਹਿੰਦਾ ਵੀ ਮੇਰੇ 'ਤੇ ਕੋਈ ਐਸੀ ਗੱਲ ਨਾ ਹੋ ਜਾਏ ਕਿ ਮੇਰਾ ਪਿਆਰਾ ਹੀ ਮੇਰੇ ਨਾਲ ਨਾਰਾਜ਼ ਹੋਏ ਅਤੇ ਪਿਆਰ ਹੀ ਟੁੱਟ ਜਾਏ। ਇਸ ਲਈ ਜਿਹੜਾ ਭੈ ਰੱਖ ਕੇ ਪਿਆਰ ਸਹਿਤ ਭਗਤੀ ਕਰਦਾ, ਉਹਦੇ ਅੰਦਰ ਇਹ ਪਰਮਾਤਮਾ ਭਗਤੀ ਦ੍ਰਿੜ ਹੋ ਜਾਂਦੀ ਹੈ। ਇਸ ਲਈ ਕਹਿੰਦੇ ਸਦਾ ਪਿਆਰ ਸਹਿਤ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ। ਤੇਰੀ ਉਹ ਤਾਂ ਹੀ ਡਰ ਕਦੋਂ ਹੁੰਦਾ ਹੈ ਜੇ ਕਿਤੇ ਸਾਨੂੰ 100% ਵਿਸ਼ਵਾਸ ਆ ਜਾਵੇ ਕਿ ਜਿਹਦੀ ਅਸੀਂ ਬਾਣੀ ਪੜ੍ਹ ਰਹੇ ਹਾਂ ਉਹ ਬਾਣੀ ਦੇ ਵਿੱਚ ਹੈ, ਉਹ ਆਤਮਿਕ ਤੌਰ 'ਤੇ ਹੈ, ਸਰੀਰਕ ਤੌਰ 'ਤੇ ਨਹੀਂ। ਸਰੀਰਕ ਤੌਰ 'ਤੇ ਗੁਰੂ ਮਹਾਰਾਜ ਸਰੀਰ ਤਿਆਗ ਚੁੱਕੇ ਨੇ ਬੜੀ ਦੇਰ ਤੋਂ, ਪਰ ਉਹਨਾਂ ਦੀ ਆਤਮਾ ਅਮਰ ਹੋਣ ਕਰਕੇ ਉਹ ਆਪ ਬਾਣੀ ਦੇ ਵਿੱਚ ਨੇ। ਅਤੇ ਜਿਹੜਾ ਬਾਣੀ ਪੜ੍ਹਦਾ ਉਹਨੂੰ ਉਹ ਵੇਖ ਵੀ ਰਹੇ ਨੇ ਅਤੇ ਜੋ ਪੜ੍ਹ ਰਿਹਾ ਉਹਨੂੰ ਸੁਣ ਵੀ ਰਹੇ ਨੇ, ਭਾਵੇਂ ਮਨ 'ਚ ਪੜ੍ਹ ਰਿਹਾ ਹੈ। ਮੈਂ ਬਾਣੀ ਭਾਵੇਂ ਮਨ 'ਚ ਪੜ੍ਹ ਰਿਹਾ ਹਾਂ, ਜਿਹਦੀ ਵੀ ਮੈਂ ਬਾਣੀ ਪੜ੍ਹ ਰਿਹਾ।
ਹੁਣ ਤੀਸਰੇ ਪਾਤਸ਼ਾਹ ਦੀ ਬਾਣੀ ਚੱਲ ਰਹੀ ਹੈ। ਤੀਸਰੇ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਹੀ ਬੈਠੇ ਨੇ, ਉਹ ਮੈਨੂੰ ਵੀ ਵੇਖ ਰਹੇ ਨੇ ਅਤੇ ਮੈਂ ਕੀ ਬੋਲ ਰਿਹਾ ਉਹਨੂੰ ਵੀ ਸੁਣ ਰਹੇ ਹਨ। ਜੇ ਕਿਤੇ ਆਹ ਵਿਸ਼ਵਾਸ ਆ ਜਾਵੇ ਤਾਂ ਬੜੀ ਛੇਤੀ ਗੱਲ ਬਣ ਸਕਦੀ ਹੈ। ਪਰ ਮਨੁੱਖ ਤਾਂ ਕਹਿੰਦਾ ਵੀ ਮੈਨੂੰ ਤਾਂ ਕੋਈ ਵੇਖ ਹੀ ਨਹੀਂ ਰਿਹਾ। ਹੁਣ ਜਦੋਂ ਬੰਦਾ ਵਾਹਿਗੁਰੂ ਵਾਹਿਗੁਰੂ ਕਰਦਾ, ਵਾਹਿਗੁਰੂ ਭਾਵੇਂ ਇੱਕ ਸ਼ਬਦ ਹੈ, ਪਰਮਾਤਮਾ ਦਾ ਨਾਮ ਹੈ, ਪਰ ਇਸ ਸ਼ਬਦ ਦੇ ਵਿੱਚ ਪਰਮਾਤਮਾ ਆਪ ਹੈ। ਜਦੋਂ ਅਸੀਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਪਰਮਾਤਮਾ ਸਾਨੂੰ ਵੇਖਦਾ ਅਤੇ ਸਾਨੂੰ ਸੁਣਦਾ ਹੈ। ਸਦ ਸੁਣਦਾ, ਸਦ ਵੇਖਦਾ। ਇਹ ਖਿਆਲ ਰੱਖ ਕੇ ਨਾਮ ਜਪਣਾ ਚਾਹੀਦਾ ਅਤੇ ਬਾਣੀ ਪੜ੍ਹਨੀ ਚਾਹੀਦੀ। ਫਿਰ ਅਸੀਂ ਲਾਪਰਵਾਹ ਨਹੀਂ ਹੋ ਸਕਦੇ, ਅਸੀਂ ਅਵੇਸਲੇ ਨਹੀਂ ਹੋ ਸਕਦੇ। ਅਸੀਂ ਸਾਵਧਾਨ ਹੋ ਕੇ ਬੈਠਾਂਗੇ। ਜਿਵੇਂ ਆਪਾਂ ਚਲੋ ਕਿਸੇ ਸੰਤ ਮਹਾਤਮਾ ਦੇ ਸਾਹਮਣੇ ਬੈਠੇ ਹੋਈਏ, ਫਿਰ ਸਾਵਧਾਨ ਹੋ ਕੇ ਬੈਠਦੇ ਨਾ, ਚੌਕੜੀ ਮਾਰ ਕੇ ਬੈਠਦੇ, ਸਾਵਧਾਨ ਹੋ ਕੇ ਬੈਠਦੇ। ਕਿਉਂ? ਉਹ ਸਾਹਮਣੇ ਦਿਸ ਰਹੇ ਨੇ, ਇਸ ਲਈ ਸਾਨੂੰ ਡਰ ਹੈ ਵੀ ਕਿਸੇ ਝਿੜਕਦੇ ਨੇ, ਭਾਈ ਕਿਵੇਂ ਬੈਠਾ, ਠੀਕ ਬੈਠ। ਪਰ ਨਾ ਗੁਰੂ ਇਸ ਵੇਲੇ ਸਾਨੂੰ ਦਿਸਦੇ ਨੇ ਅਤੇ ਨਾ ਪਰਮਾਤਮਾ ਦਿਸਦਾ, ਇਸ ਲਈ ਸਾਡੇ ਅੰਦਰ ਭੈ ਨਹੀਂ ਹੈਗਾ। ਭੈ ਨਾ ਹੋਣ ਕਰਕੇ ਪਿਆਰ ਪੈਂਦੇ ਹੀ ਨਹੀਂ। ਲੁੱਗੇ ਰਹਿੰਦੇ ਲੋਕ ਸਾਲਾਂ ਬੱਧੀ, ਨਾ ਗੁਰੂ ਨਾਲ ਅੰਦਰੋਂ ਪਿਆਰ ਪੈਂਦਾ, ਨਾ ਰੱਬ ਨਾਲ ਪੈਂਦਾ। ਜਦੋਂ ਭੈ ਹੋਏਗਾ ਫਿਰ ਹੀ ਪਾਏ ਹੋਵੇਗਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ ਭੈ ਤੇ ਭਾਏ ਸਹਿਤ ਭਗਤੀ ਦ੍ਰਿੜ ਕਰਨੀ ਚਾਹੀਦੀ ਹੈ। ਤੇਰੀ ਭਗਤ ਸੱਚੀ ਜੇ ਸੱਚੇ ਭਾਵੈ, ਆਪੇ ਦੇ ਨ ਪਛੋਤਾਵੈ। ਸਭਨਾ ਜੀਆਂ ਕਾ ਏਕੋ ਦਾਤਾ, ਸ਼ਬਦੇ ਮਾਰ ਜੀਵਾ ਬਣੇ। ਤੇਰੀ ਭਗਤ ਸੱਚੀ, ਇਹ ਪਰਮਾਤਮਾ ਤੇਰੀ ਭਗਤੀ ਸੱਚੀ ਹੈ। ਜੇ ਸੱਚੇ ਭਾਵੈ, ਉਹ ਤਾਂ ਸੱਚੀ ਹੈ ਜੇ ਤੈਨੂੰ ਭਾਉਂਦੀ ਹੈ, ਜੇ ਤੈਨੂੰ ਚੰਗੀ ਲੱਗਦੀ ਹੈ ਤਾਂ ਹੀ ਸੱਚੀ ਹੈ। ਆਪੇ ਦੇ ਨ ਪਛੋਤਾਵੇ। ਪਰਮਾਤਮਾ ਆਪ ਹੀ ਭਗਤੀ ਦੀ ਦਾਤ ਦੇ ਕੇ ਫਿਰ ਪਛਤਾਉਂਦਾ ਨਹੀਂ, ਮੈਂ ਇਹਨੂੰ ਕਿਉਂ ਭਗਤੀ ਦਾਤ ਦਿੱਤੀ, ਦੇ ਦਿੰਦਾ ਬਸ। ਸਭਨਾ ਜੀਆਂ ਕਾ ਏਕੋ ਦਾਤਾ, ਪਰਮਾਤਮਾ ਸਾਰੇ ਜੀਵਾਂ ਦਾ ਦਾਤਾ ਹੈ, ਹਰ ਇੱਕ ਚੀਜ਼ ਦਾ ਦਾਤਾ ਹੈ। ਸ਼ਬਦੇ ਮਾਰ ਜੀਵਾ ਬਣੇ, ਉਹ ਇਨਸਾਨ ਨੂੰ ਆਪਣੇ ਨਾਮ ਰਾਹੀਂ ਮਾਰ ਕੇ ਫਿਰ ਦੁਬਾਰਾ ਜਿਉਂਦਾ ਕਰ ਦਿੰਦਾ ਹੈ। ਭਾਵ ਨਾਮ ਰਾਹੀਂ ਅੰਦਰ ਜਿਹੜੀ ਮੈਂ ਹੈ, ਜੋ ਆਪਾ ਭਾਵ ਹੈ, ਜੋ ਹਉਮੈ ਹੈ, ਉਹ ਮਰ ਜਾਂਦੀ ਹੈ ਅਤੇ ਇੱਕ ਨਵਾਂ ਜੀਵਨ ਮਿਲਦਾ ਹੈ। ਜਿਹੜਾ ਹੁਣ ਸਾਡਾ ਜੀਵਨ ਹੈ, ਇਹ ਹੋਰ ਤਰ੍ਹਾਂ ਦਾ ਜੀਵਨ ਹੈ। ਜਦੋਂ ਸਾਡੇ ਅੰਦਰੋਂ ਹਉ ਮਰ ਜਾਏਗੀ, ਮੈਂ ਮਰ ਜਾਏਗਾ, ਉਦੋਂ ਸਾਡਾ ਇੱਕ ਜੀਵਨ ਨਵੇਂ ਪ੍ਰਕਾਰ ਦਾ ਹੋਵੇਗਾ। ਉਹ ਨਵੀਂ ਪ੍ਰਕਾਰ ਦਾ ਹੈ। ਜਦੋਂ ਅੰਦਰ ਹਉ ਹੀ ਨਹੀਂ ਤਾਂ ਕੋਈ ਗਿਲਾ ਸ਼ਿਕਵਾ ਨਹੀਂ। ਜੇ ਕੋਈ ਸਾਡੀ ਨਿੰਦਿਆ ਕਰਦਾ, ਸਾਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਸਾਡੇ ਅੰਦਰ ਹਉ ਹੈ, ਹਉ ਨੂੰ ਸੱਟ ਵੱਜਦੀ ਹੈ। ਅੰਦਰ ਹਉਮੈ ਹੈ, ਉਹਨੂੰ ਸੱਟ ਵੱਜਦੀ ਹੈ ਵੀ ਇਹਨੇ ਮੈਨੂੰ ਕਿਹਾ ਐ ਕਿਉਂ। ਜਦੋਂ ਹਉ ਹੀ ਨਹੀਂ, ਫਿਰ ਜੋ ਮਰਜ਼ੀ ਕਹੀ ਜੋ, ਗੱਲ ਖਤਮ ਹੋ ਗਈ। ਜਿਹਨੂੰ ਸੱਟ ਵੱਜਣੀ ਸੀ ਉਹ ਤਾਂ ਅੰਦਰ ਹੀ ਕੋਈ ਨਹੀਂ। ਅਤੇ ਹਾਂ, ਗੱਲਾਂ ਬਾਤਾਂ ਨਾਲ ਨਹੀਂ ਖਤਮ ਹੋਇਆ ਕਰਦੇ। ਭਜਨ ਬੰਦਗੀ ਕਰੀ ਜਾਓ, ਕਰੀ ਜਾਓ, ਕਿਸੇ ਦਿਨ ਗੁਰੂ ਮਹਾਰਾਜ ਕਿਰਪਾ ਕਰ ਦੇਣਗੇ, ਅੰਦਰੋਂ ਹਾਂ ਖਤਮ ਕਰ ਦੇਣਗੇ। ਜਿਉਂ ਹੀ ਹਾਂ ਖਤਮ ਹੋਏਗੀ, ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਸੋ ਇਸ ਲਈ ਕਹਿੰਦੇ ਸਾਰਿਆਂ ਦਾ ਦਾਤਾ ਪਰਮਾਤਮਾ ਹੈ। ਉਹ ਆਪਣੇ ਸ਼ਬਦ ਨਾਮ ਰਾਹੀਂ ਇਹ ਮਨੁੱਖ ਨੂੰ ਅੰਦਰੋਂ ਮਾਰ ਕੇ ਉਹਨੂੰ ਨਵਾਂ ਜੀਵਨ ਦਿੰਦਾ। ਹਰ ਤੁਧ ਬਾਝੋ ਮੈਂ ਕੋਈ ਨਹੀਂ, ਹਰ ਤੁਧ
ਹਰ ਤੁਧੈ ਸੇਵੀ ਤੈ ਤੁਧ ਸਲਾਹੀ, ਆਪੇ ਮੇਲ ਲੈਹੋ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ। ਹਰ ਤੁਧ ਬਾਝੋ, हे परमात्मा तेरे तो बिना मैं कोई नहीं, मेरा कोई भी नहीं है। तेरे तो बिना असल च मेरा कोई नहीं है। बाकी जिन्ने साडे नाल जुड़े हुंदे ने वो किसी स्वार्थ कर जुड़े ने, ते असीं भी जे किसी नाल जुड़े होए हां किसी स्वार्थ कारण जुड़े हां। हुण मैं मान लो किसी नाल स्वार्थ करके जुड़िया, उत्थों मेरा स्वार्थ पूरा नहीं होया, मैं छड़ जाऊँगा उन्होंने, क्योंकि वो जुड़न के पिछे स्वार्थ है, प्यार नहीं है। जिथे प्यार है उत्थे स्वार्थ नहीं होया करता, तो जिथे स्वार्थ है उत्थे प्यार नहीं होया करता। ये क्या रखना, इसलिए मोह अते प्यार च जमीन आसमान का फर्क है। मोह तो सारी दुनिया च है, माँ प्यो ਨੂੰ ਬੱਚਿਆਂ ਨਾਲ ਮੋਹ, ਬੱਚੇ ਨੂੰ ਮਾਂ ਪਿਓ ਨਾਲ ਮੋਹ ਹੁੰਦਾ ਹੈ। ਪਰ ਜਦੋਂ ਬੱਚਾ ਸੋਚਦਾ ਹੈ ਕਿ ਮੈਨੂੰ ਮਾਂ ਪਿਓ ਤੋਂ ਹੁਣ ਕੋਈ ਫਾਇਦਾ ਨਹੀਂ ਹੈ, ਉਹਨੂੰ ਘਰੋਂ ਕੱਢਣ ਤੱਕ ਜਾਂਦਾ, ਉਹਨੂੰ ਫਿਰ ਸਾਂਭਦਾ ਸੁਭਦਾ ਕੋਈ ਨਹੀਂ ਹੈਗਾ। ਆਪਣੀ ਜਨਾਨੀ ਲੈ ਕੇ ਅੱਡ ਹੋ ਜਾਂਦਾ ਜੋ, ਜਾਂ ਹਵਾਈ ਜਹਾਜ਼ ਦੀ ਟਿਕਟ ਲੈਂਦਾ ਫੋਰਨ ਕੰਟਰੀ ਚਲਾ ਜਾਂਦਾ। ਸੋ ਇਸ ਲਈ प्यार होर चीज़ है, मोह होर चीज़ है। हर तुध बाजो मैं कोई ही नहीं, हे परमात्मा तेरे तो बिना मेरा कोई नहीं है। हर तुधै सेवी, हे परमात्मा मैं तेरा ही सिमरन करदा हाँ। तै तै मैंने अते, तुध सलाही मैं तेरी ही सिफ सलाह करदा हूँ। हर तुधै सेवी, हे परमात्मा मैं तेरा सिमरन करदा हूँ। तै तुध सलाही अते तैनू सलाउंदा हूँ। आपे मेल लैहो प्रभ साचे, हे परमात्मा हे सच्चे प्रभु मैनू आप ही अपने नाल मिला लो। पूरे कर्म तू पावने, बंदे दे वड्डे भाग होण तां परमात्मा दी प्राप्ति हुंदी है। ਇਹ ਵੱਡੇ ਭਾਗ ਬਣਾਉਣੇ ਪੈਂਦੇ ਨੇ, ਜਾਂ ਪਰਮਾਤਮਾ ਦੀ ਬਖਸ਼ਿਸ਼ ਹੋ ਜਾਏ। ਫਿਰ ਮੰਨ ਲਓ ਇੱਕ ਬੰਦਾ ਵੱਡੇ ਭਾਗ ਬਣਾਉਣ 'ਤੇ ਲੱਗਾ ਹੋਇਆ ਨਾਮ ਜਪ ਜਪ ਕੇ, ਪਰ ਜੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਏ ਤਾਂ ਗੱਲ ਛੇਤੀ ਬਣ ਜਾਂਦੀ ਹੁੰਦੀ। ਇਸ ਲਈ ਪੂਰੇ ਭਾਗਾਂ ਨਾਲ ਤੂੰ ਪਾਇਆ ਜਾ ਸਕਦਾ ਹੈ, ਜਾਂ ਹੈ ਸੱਚੇ ਪਾਤਸ਼ਾਹ ਤੇਰੀ ਬਖਸ਼ਿਸ਼ ਨਾਲ ਤੂੰ ਪਾਇਆ ਜਾ ਸਕਦਾ ਹੈ। मैं होर न कोई तुधै जेहा, तेरी नदरी सिज सदेहा। अन दिन सार संभाल हर राखें, गुरमुख सहज समामणिया। मैं होर न कोई तुधै जेहा, मैनू तेरे वर्गा होर कोई दिसदा ही नहीं है, और है भी नहीं, क्योंकि वो इक्को एक ही है। ਤਾਂ ਹੀ ਉਹਦੇ ਅੱਗੇ ਏਕਾ ਲੱਗਾ ਹੋਇਆ ਵੀ ਪਰਮਾਤਮਾ ਇੱਕ ਹੈ, ਦੋ ਚਾਰ ਨੇ। ਦੂਸਰਾ ਅਰਥ ਹੈ ਉਸ ਇੱਕ ਤੋਂ ਹੀ ਉਹ ਓਂਕਾਰ ਹੋਇਆ, ਉਸ ਇੱਕ ਤੋਂ ਹੀ, ਉਸ ਏਕੇ ਤੋਂ ਹੀ, ਉਸ ਪਰਮਾਤਮਾ ਤੋਂ ਹੀ ਇਹ ਸਾਰਾ ਪਸਾਰਾ ਹੋਇਆ ਹੋਇਆ। ਜਿਵੇਂ ਕਿਸੇ ਦਰਖਤ ਦਾ ਬੀਜ ਹੈ, ਬੀਜ ਨੂੰ ਧਰਤੀ 'ਚ ਬੀਜੋ, ਦੇਖੋ ਉਸ ਬੀਜ ਤੋਂ ਕਿੱਡਾ ਵੱਡਾ ਦਰਖਤ ਬੋੜ ਪਿੱਪਲ ਹੋ ਜਾਂਦੇ ਨੇ, ਅਤੇ ਉਹਦਾ ਕਿੰਨਾ ਪਸਾਰਾ ਹੋ ਜਾਂਦਾ ਹੈ। ਇੱਕ ਬੀਜ ਤੋਂ ਹੀ ਹੋਇਆ ਨਾ ਇੰਨਾ ਕੁਛ। ਸੋ ਪਰਮਾਤਮਾ ਤੋਂ ਹੀ ਸਾਰਾ ਪਸਾਰਾ ਹੋਇਆ ਹੈ, ਇਸ ਲਈ ਉਹਨੂੰ ਇੱਕ ਓਅੰਕਾਰ ਕਹਿੰਦੇ ਨੇ। ਤੇਰੇ ਤੋਂ ਬਿਨਾਂ ਹੋਰ ਮੈਨੂੰ ਕੋਈ ਤੇਰੇ ਵਰਗਾ ਦਿਸਦਾ ਹੀ ਨਹੀਂ ਹੈ। ਤੇਰੀ ਨਦਰੀ ਸੀਜਸ ਦੇਹਾ, ਸੀਜਸ ਹੁੰਦਾ ਕਾਮਯਾਬ ਹੋਣਾ, ਦੇਹਾ ਮੈਨੇ ਸਰੀਰ, ਨਜ਼ਰ ਹੁੰਦੀ ਕਿਰਪਾ ਦ੍ਰਿਸ਼ਟੀ। ਤੇਰੀ ਕਿਰਪਾ ਦ੍ਰਿਸ਼ਟੀ ਨਾਲ ਹੀ ਇਹ ਸਰੀਰ ਕਾਮਯਾਬੀ ਤੱਕ ਪਹੁੰਚ ਸਕਦਾ ਹੈ। ਅਸਲ ਕਦੋਂ ਮਨੁੱਖ ਸਰੀਰ ਦੀ ਕੀਮਤ ਪੈਂਦੀ, ਜਦੋਂ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ। ਸੋ
ਇਹ ਕਾਮਯਾਬ ਸਰੀਰ ਤੇਰੀ ਕਿਰਪਾ ਨਾਲ ਹੁੰਦਾ ਹੈ। ਅਨ ਦਿਨ ਸਾਰ ਸੰਭਾਲ ਹਰ ਰੱਖ। ਹੇ ਪਰਮਾਤਮਾ, ਤੂੰ ਦਿਨ ਰਾਤ ਆਪਣੇ ਜੀਵਾਂ ਦੀ ਸਾਰ ਸੰਭਾਲ ਕਰਦਾ। ਇਹ ਨਹੀਂ ਕਿ ਜੀਵ ਪੈਦਾ ਕਰਤੇ ਫਿਰ ਉਹਨਾਂ ਦੀ ਪਰਵਾਹ ਨਹੀਂ ਕਰਨੀ ਹੈ। ਪਰਮਾਤਮਾ ਲਾਪਰਵਾਹ ਨਹੀਂ। ਸਾਡੇ 'ਚ ਤਾਂ ਬਹੁਤ ਸਾਰੇ ਲਾਪਰਵਾਹ ਨੇ। ਬਾਲ ਬੱਚੇ ਪੈਦਾ ਕਰ ਲੈਣੇ, ਉਹਨਾਂ ਦਾ ਫਿਕਰ ਹੀ ਕੋਈ ਨਹੀਂ ਹੈ। ਆਪਣੇ ਨਸ਼ੇ ਪੈ ਕਰਕੇ ਪਏ ਹੋਏ ਨੇ, ਬੱਚੇ ਭੁੱਖੇ ਨੇ, ਪਿਆਸੇ ਨੇ, ਕੋਈ ਲੈਣਾ ਦੇਣਾ ਨਹੀਂ ਹੈਗਾ। ਨਹੀਂ, ਅਨ ਦਿਨ ਦਿਨ ਰਾਤ ਸਾਰ ਸੰਭਾਲ ਹਰ ਰੱਖੈ। ਹੇ ਪਰਮਾਤਮਾ, ਤੂੰ ਦਿਨ ਰਾਤ ਜੋ ਤੂੰ ਪੈਦਾ ਕੀਤਾ ਉਹਦੀ ਸਾਂਭ ਸੰਭਾਲ ਕਰਦਾ। ਗੁਰਮੁਖ ਸਹਿਜ ਸਮਾ ਬਣਿਆ। ਅਤੇ ਜਿਹੜਾ ਗੁਰਮੁਖ ਬਣ ਜਾਂਦਾ ਹੈ, ਗੁਰੂ ਦੇ ਆਖੇ ਲੱਗਦਾ ਹੈ, ਉਹ ਸਹਿਜ ਅਵਸਥਾ ਵਿੱਚ ਲੀਨ ਹੋ ਜਾਂਦਾ। ਸਹਿਜ ਅਵਸਥਾ ਅਡੋਲ ਅਵਸਥਾ ਨੂੰ ਕਹਿੰਦੇ ਨੇ, ਬ੍ਰਹਮ ਗਿਆਨ ਦੀ ਅਵਸਥਾ ਨੂੰ ਕਹਿੰਦੇ ਨੇ। ਇਹਨੂੰ ਚੌਥਾ ਪਦ ਵੀ ਕਹਿੰਦੇ ਨੇ। ਹਿੰਦੀ ਵਾਲੇ ਇਸ ਨੂੰ ਉਨਮਣੀ ਅਵਸਥਾ ਕਹਿੰਦੇ ਨੇ, ਸਹਿਜ ਅਵਸਥਾ। ਤੁਧ ਜੇਵੜ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਆਪੇ ਗੋਈ। ਤੂੰ ਆਪੇ ਹੀ ਘੜ ਭੰਨ ਸਵਾਰੈ, ਨਾਨਕ ਨਾਮ ਸੁਹਾਵਣੇ। ਤੁਧ ਜੇਵੜ ਮੈਂ ਹੋਰ ਨਾ ਕੋਈ, ਤੇਰੇ ਜਿੱਡਾ ਮੇਰੇ ਲਈ ਹੋਰ ਕੋਈ ਨਹੀਂ ਹੈ। ਤੁਧ ਆਪੇ ਸਿਰਜੀ ਆਪੇ ਗੋਈ। ਤੂੰ ਸਾਰੀ ਸ੍ਰਿਸ਼ਟੀ ਆਪ ਹੀ ਬਣਾਈ ਹੈ, ਆਪੇ ਗੋਈ ਅਤੇ ਆਪ ਹੀ ਨਾਸ ਕਰਦਾ ਹੈ। ਤੂੰ ਆਪ ਹੀ ਸਾਰਿਆਂ ਨੂੰ ਬਣਾਉਣ ਵਾਲਾ ਹੈ ਅਤੇ ਤੂੰ ਆਪ ਹੀ ਸਭ ਦਾ ਨਾਸ ਕਰਨ ਵਾਲਾ ਹੈ। ਤੂੰ ਆਪੇ ਹੀ ਘੜ ਭੰਨ ਸਵਾਰੈ। ਤੂੰ ਆਪੇ ਹੀ ਜੀਵਾਂ ਨੂੰ ਪਹਿਲੀ ਹਾਲਤ ਨੂੰ ਭੰਨ ਕੇ ਤੂੰ ਉਹਨਾਂ ਦੇ ਜੀਵਨ ਨੂੰ ਸਵਾਰ ਦੇ ਨਵੀਂ ਹਾਲਤ ਦੇ ਦਿੰਦਾ ਉਹਨੂੰ। ਜਦੋਂ ਬੰਦਾ ਨਾਮ ਜਪਦਾ ਨਾ, ਫਿਰ ਇਹਦੀ ਪਹਿਲੀ ਹਾਲਤ ਖਤਮ ਹੁੰਦੀ ਹੈ। ਪਹਿਲਾਂ ਮੰਨ ਲਓ ਚੋਰ ਸੀ, ਚੋਰੀਆਂ ਛੱਡ ਗਿਆ, ਬਦਲ ਗਿਆ। ਪਹਿਲਾਂ ਠੱਗ ਸੀ, ਠੱਗੀਆਂ ਛੱਡ ਗਿਆ ਹੈ। ਪਹਿਲਾਂ ਰਾਖਸ਼ ਸੀ, ਰਾਖਸ਼ਪੁਣਾ ਛੱਡ ਗਿਆ ਹੈ। ਪਰਮਾਤਮਾ ਇਸ ਜੀਵ ਨੂੰ ਭੰਨ ਕੇ ਤੋੜ ਕੇ ਫਿਰ ਦੁਬਾਰਾ ਘੜਦਾ ਅਤੇ ਫਿਰ ਉਹਦੇ ਜੀਵਨ ਨੂੰ ਸਵਾਰ ਦਿੰਦਾ ਹੈ। ਨਾਨਕ ਨਾਮ ਸੁਹਾਵਣੇ। ਪਰਮਾਤਮਾ ਦੇ ਨਾਮ ਰਾਹੀਂ ਹੀ ਇਹ ਜੀਵਨ ਸੋਹਣਾ ਬਣ ਲੱਗਦਾ। ਨਾਮ ਰਾਹੀਂ ਸੁਹਾਵਣਾ ਜੀਵਨ ਬਣਦਾ। ਇਸ ਲਈ ਭਾਈ ਨਾਮ ਜਪਣਾ ਚਾਹੀਦਾ। ਪਰਮਾਤਮਾ ਦੇ ਭੈ 'ਚ ਰਹਿਣਾ, ਗੁਰੂ ਮਹਾਰਾਜ ਦੇ ਭੈ 'ਚ ਰਹਿਣਾ ਅਤੇ ਦਿਲੋਂ ਪਿਆਰ ਕਰਨਾ ਹੈ। ਨਾਲ ਨਾਮ ਜਪੀ ਜਾਣਾ। ਇਹ ਦਿਨੋਂ ਦਿਨ ਮਨੁੱਖ ਦੇ ਵਿਚਾਰ ਬਦਲੀ ਜਾਣਗੇ। ਜਿਉਂ ਜਿਉਂ ਵਿਚਾਰ ਬਦਲਦੇ ਨੇ ਤਿਉਂ ਤਿਉਂ ਆਦਤਾਂ ਬਦਲਦੀ ਜਾਣ। ਕਿਉਂਕਿ ਬਾਣੀ ਵਿਚਾਰ ਹੈ, ਵਿਚਾਰਾਂ ਨੇ ਵਿਚਾਰਾਂ 'ਤੇ ਅਸਰ ਕਰਨਾ ਹੁੰਦਾ। ਬਾਣੀ ਦੇ ਵਿਚਾਰ ਬਹੁਤ ਜ਼ਿਆਦਾ ਪ੍ਰਬਲ ਨੇ, ਸਾਡੇ ਵਿਚਾਰ ਕਮਜ਼ੋਰ ਨੇ। ਬਾਣੀ ਦੇ ਵਿਚਾਰ ਤਾਕਤਵਰ ਹੋਣ ਕਰਕੇ ਸਾਡੇ ਕਮਜ਼ੋਰ ਵਿਚਾਰਾਂ ਨੂੰ ਕੱਟ ਕੇ ਆਪਣੇ ਵਿਚਾਰ ਸਾਡੇ 'ਤੇ ਪ੍ਰਵੇਸ਼ ਕਰ ਦਿੰਦੀ ਹੈ। ਇਸ ਕਰਕੇ ਅਸਰ ਹੁੰਦਾ। ਅੱਗੇ ਕਹਿੰਦੇ ਮਾਝ ਮਹਿਲਾ ਤੀਜਾ, ਤੀਸਰੇ ਪਾਤਸ਼ਾਹ ਫਰਮਾਨ ਕਰਦੇ ਨੇ ਅੱਗੇ, ਸਭ ਕਟ ਆਪੇ ਭੋਗਣ ਹਾਰ ਅਲਖ ਵਰਤੈ। ਇਹਨੂੰ ਅਲਖ ਨਹੀਂ ਪੜ੍ਹ ਦੇਣਾ, ਇਹ ਲਖ ਦਾ ਵਿਰੋਧੀ ਸ਼ਬਦ ਹੈ। ਜਿਵੇਂ ਗਮ ਦਾ ਵਿਰੋਧੀ ਸ਼ਬਦ ਅਗੰਮ ਹੈ, ਇਸੇ ਲਈ ਲਖ ਦਾ ਵਿਰੋਧੀ ਸ਼ਬਦ ਅਲਖ ਹੈ। ਅਲਖ ਵੀ ਨਹੀਂ ਪੜ੍ਹ ਦੇਣਾ, ਲੱਲੇ ਤੇ ਤੱਕ ਨਹੀਂ ਲਾ ਦੇਣੀ, ਉਹ ਤਾਂ ਲੱਖ ਦਾ ਵਿਰੋਧੀ ਸ਼ਬਦ ਹੋ ਜਾਏਗਾ। ਵੀ ਲੱਖ 100,000 ਨੂੰ ਕਰੀ ਉਹਦਾ ਵਿਰੋਧੀ ਸ਼ਬਦ ਹੋ ਜਾਏਗਾ। ਲੱਖ ਹੁੰਦਾ ਦੇਖਣਾ, ਸਮਝ ਲੈਣਾ। ਅਲਖ ਜਿਹਨੂੰ ਦੇਖਿਆ ਨਾ ਜਾ ਸਕੇ, ਜਿਹਨੂੰ ਸਮਝਿਆ ਨਾ ਜਾ ਸਕੇ। ਸਭ ਘਟਾਪੇ ਭੋਗਣ ਹਾਰਾ ਅਲਖ ਵਰਤੈ ਅਗੰਮ ਅਪਾਰਾ। ਇਹ ਦੋ ਸ਼ਬਦਾਂ ਖਿਆਲ ਰੱਖਣੇ ਇਸ ਲਾਈਨ 'ਚ, ਇੱਕ ਅਲਖ, ਇੱਕ ਅਗੰਮ। ਅਲਖ ਖੱਖੇ ਦੇ ਪੈਰ ਬਿੰਦੀ ਲਾ ਕੇ ਬੋਲਣਾ ਅਲਖ, ਅਗੰਮ ਗੱਗੇ 'ਤੇ ਟਿੱਪੀ ਲਾ ਕੇ ਬੋਲਣਾ।
ਅਲਖ ਵਰਤੈ ਅਗੰਮ ਅਪਾਰਾ, ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ, ਸਹਜੇ ਸੱਚ ਸਮਾਵਣੇ। ਸਭ ਕੁਝ ਆਪੇ ਭੋਗਣ ਹਾਰ। ਘਟ ਸਰੀਰ ਨੂੰ ਕਹਿੰਦੇ ਨੇ, ਹਿੰਦੀ ਘਟ ਘੜੇ ਨੂੰ ਵੀ ਕਹਿੰਦੇ ਨੇ, ਇੱਥੇ ਸਰੀਰ ਤੋਂ ਭਾਵ ਪਰਮਾਤਮਾ, ਕਿਉਂਕਿ ਸਾਰੇ ਸਰੀਰਾਂ ਦੇ ਵਿੱਚ ਬੈਠਾ, ਉਹ ਸਾਰੇ ਕਿਉਂਕਿ ਪਰਮਾਤਮਾ ਪੁਰਖ ਹੈ, ਜਿਸ ਤੇ ਉਹ ਕਰਤਾ ਹੈ ਨਾ, ਉਸ ਨਾਲ ਪੁਰਖ ਵੀ ਹੈ। ਕਰਤਾ ਬਣਾਉਣ ਵਾਲਾ ਪੁਰਖ ਹੈ, ਜੋ ਚੀਜ਼ ਬਣਾਈ ਹੈ ਉਹਦੇ ਵਿੱਚ ਬਿਰਾਜਮਾਨ ਹੈ। ਪਰਮਾਤਮਾ ਨੇ ਜੋ ਵੀ ਬਣਾਇਆ ਹੈ ਉਹਦੇ ਵਿੱਚ ਉਹ ਆਪ ਹੈ। ਇਸ ਲਈ ਹਰ ਇੱਕ ਸਰੀਰ ਦੇ ਵਿੱਚ ਬੈਠਾ ਹੋਇਆ ਉਹ ਭੋਗ ਰਿਹਾ ਹੈ। ਆਪਾਂ ਖਾ ਰਹੇ, ਉਹ ਵੀ ਖਾ ਰਿਹਾ, ਉਹ ਖਾ ਰਿਹਾ, ਉਹ ਭੋਗ ਰਿਹਾ, ਕਿਉਂਕਿ ਸਾਡੇ ਵਿੱਚ ਹੀ ਬੈਠਾ। ਅਲਖ ਵਰਤੈ ਅਗੰਮ ਅਪਾਰ। ਪਰਮਾਤਮਾ ਜਿਹੜਾ ਹੈ ਅਗੰਮ ਹੈ, ਉਹ ਇੰਦਰੀ ਦੀ ਪਹੁੰਚ ਤੋਂ ਪਰੇ, ਅਪਾਰ ਹੈ, ਉਹ ਬੇਅੰਤ ਹੈ, ਅਲਖ ਹੈ, ਉਹ ਸਮਝ ਵਿੱਚ ਨਹੀਂ ਆ ਸਕਦਾ, ਉਹ ਸਾਡੀਆਂ ਇੰਦਰੀਆਂ ਦੀ ਸਮਝ 'ਚ ਨਹੀਂ ਆ ਸਕਦਾ। ਉਹੀ ਸਭ ਥਾਂ 'ਤੇ ਵਰਤ ਰਿਹਾ ਹੈ। ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈਐ। ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਨੂੰ ਧਿਆਇਆ ਜਾ ਸਕਦਾ ਹੈ, ਅਤੇ ਗੁਰੂ ਦੇ ਸ਼ਬਦ ਗੁਰਮੰਤਰ ਵਾਹਿਗੁਰੂ 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 ਜਿਹੜਾ ਕਰਦੇ ਕਰਦੇ ਪਰਮਾਤਮਾ ਨੂੰ ਧਿਆ ਰਿਹਾ ਹੈ। ਜਦੋਂ ਮਨੁੱਖ ਗੁਰੂ ਦੇ ਸ਼ਬਦ ਰਾਹੀਂ ਪਰਮਾਤਮਾ ਨੂੰ ਧਿਆਉਂਦਾ ਹੈ ਨਾ, ਸਹਿਜੇ ਸੱਚ ਸਮਾਵਣੇ, ਉਹ ਸਹਿਜੇ ਹੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ। ਸੱਚ ਪਰਮਾਤਮਾ ਨੂੰ ਕਹਿੰਦੇ। ਹੋਂ ਵਾਰੀ ਜੀਓ ਵਾਰੀ, ਗੁਰ ਸ਼ਬਦ ਮਨ ਵਸਾਵਣੇ। ਲਿਖਿਆ ਮਨ, ਇਹ ਮਨ ਨਹੀਂ ਪੜ੍ਹਨਾ, ਮਨ ਦਾ ਮੰਨਣਾ, ਇਹ ਮਨ ਮੰਨਣਾ, ਮਨ। ਸਿਆਰੀ ਨੰਨਣ ਤਾਂ ਇਸ ਲਈ ਲੱਗੇ, ਇਹਦਾ ਅਰਥ ਹੈ ਮਨ ਵਿੱਚ। ਸਿਆਰੀ ਨਾਲ ਵਿੱਚ ਦੀ ਲਖਾਇਕ ਹੈ। ਹੋਂ ਵਾਰੀ ਜੀਓ ਵਾਰੀ, ਗੁਰ ਸ਼ਬਦ ਮਨ ਵਸਾਵਣਿਆ। ਸ਼ਬਦ ਸੂਝੈ ਤਾਂ ਮਨ ਸੋ ਲੂਝੈ, ਮਨਸਾ ਮਾਰ ਸਮਾਵਣੇ। ਹੋਂ ਵਾਰੀ ਜੀਓ ਵਾਰੀ, ਮੈਂ ਆਪਣੀ ਜਿੰਦ ਵਾਰਨ ਲਈ ਤਿਆਰ ਹਾਂ। ਕਿਸ ਤੋਂ? ਗੁਰ ਸ਼ਬਦ ਮਨ ਵਸਾਵਣੇ। ਜਿਹੜਾ ਗੁਰੂ ਦੇ ਸ਼ਬਦ ਨੂੰ ਮਨ 'ਚ ਵਸਾ ਲੈਂਦਾ ਹੈ, ਜਿਹੜਾ ਗੁਰਮੰਤਰ ਨੂੰ, ਬਾਣੀ ਨੂੰ ਮਨ 'ਚ ਵਸਾ ਲੈਂਦਾ ਹੈ, ਮੈਂ ਕਹਿੰਦੇ ਉਸ ਤੋਂ ਬਲਿਹਾਰ ਜਾਂਦਾ। ਕਿਉਂ? ਸ਼ਬਦ ਸੂਝੈ। ਜਦੋਂ ਉਹਨੂੰ ਸ਼ਬਦ ਦੀ ਸੋਝੀ ਆਉਂਦੀ ਹੈ ਤਾਂ ਮਨ ਸੇ ਲੂਝੇ, ਫਿਰ ਮਨ ਨਾਲ ਲੜਾਈ ਕਰਦਾ, ਕਿਉਂਕਿ ਮਨ ਤਾਂ ਸਾਨੂੰ ਪੁੱਠੇ ਪਾਸੇ ਲੈ ਜਾਂਦਾ ਹੈ। ਅਤੇ ਬਾਣੀ ਨਾਲ, ਗੁਰਮੰਤਰ ਨਾਲ ਉਹਨੂੰ ਸੋਝੀ ਆ ਗਈ ਹੈ। ਬਾਣੀ ਪੜ੍ਹੀ, ਸੋਝੀ ਆ ਗਈ ਕਿ ਮਾੜੇ ਕੰਮ ਨਹੀਂ ਕਰਨੇ। ਮਨ ਸਾਨੂੰ ਮਾੜੇ ਪਾਸੇ ਨੂੰ ਲੈ ਜਾਂਦਾ ਹੈ, ਫਿਰ ਉਹ ਬੰਦਾ ਇਸ ਮਨ ਦੇ ਨਾਲ ਲੜਾਈ ਕਰਦਾ ਹੈ। ਭਾਵ ਮੈਂ ਨਹੀਂ ਤੇਰੇ ਆਖੇ ਲੱਗਣਾ, ਮੈਂ ਤੇ ਗੁਰੂ ਦੇ ਆਖੇ ਲੱਗਣਾ, ਇਹੀ ਲੁਝਣਾ। ਜਦੋਂ ਸ਼ਬਦ ਦੀ ਸੋਝੀ ਆਉਂਦੀ ਹੈ, ਬਾਣੀ ਦੀ ਸੋਝੀ ਆਉਂਦੀ ਹੈ, ਫਿਰ ਮਨੁੱਖ ਮਨ ਦੇ ਨਾਲ ਲੜਾਈ ਕਰਦਾ ਹੈ। ਮਨਸਾ ਮਾਰ ਸਮਾਵਣੇ, ਅਤੇ ਆਪਣੇ ਅੰਦਰੋਂ ਮਨ ਨੂੰ ਮਾਰ ਕੇ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਹੈ। ਫਿਰ ਮਨ ਦੀ ਮੰਨਦਾ ਹੀ ਨਹੀਂ, ਉਹ ਜੋ ਮਨ ਕਹਿੰਦਾ ਉਹਦੀ ਗੱਲ ਹੀ ਨਹੀਂ ਮੰਨਦਾ। ਇੱਕ ਪਾਸੇ ਮਨ ਹੈ, ਇੱਕ ਪਾਸੇ ਗੁਰੂ ਹੈ, ਵਿੱਚ ਅਸੀਂ ਹਾਂ। ਜੇ ਤੇ ਮਨ ਦੀ ਮੰਨਾਂਗੇ ਤਾਂ ਬਾਣੀ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਇਹ ਤਾਂ ਜਨਮਾਂ ਜਨਮਾਂਤਰਾਂ ਤੋਂ ਮਾੜੇ ਕੰਮ ਕਰ ਕਰਕੇ ਮੈਲਾ ਹੋ ਗਿਆ ਹੈ।
ਜਦੋਂ ਅਸੀਂ ਮਨ ਦੇ ਆਖੇ ਲੱਗਾਂਗੇ ਇਹ ਤਾਂ ਭੈੜਾ ਹੈ, ਇਹਨੇ ਤਾਂ ਸਾਡੇ 'ਤੇ ਭੈੜੇ ਕੰਮ ਕਰਾਉਣੇ ਨੇ। ਜਦੋਂ ਵੀ ਅਸੀਂ ਕਿਸੇ ਭੈੜੇ ਬੰਦੇ ਦੀ ਸੰਗਤ ਕਰਾਂਗੇ ਹੁਣ ਤਾਂ ਸਾਨੂੰ ਭੈੜੇ ਪਾਸੇ ਨੂੰ ਪ੍ਰੇਰਨਾ ਹੈ। ਜਦੋਂ ਅਸੀਂ ਗੁਰੂ ਦੀ ਸੰਗਤ ਕਰਾਂਗੇ ਉਹਨੇ ਸਾਨੂੰ ਚੰਗੇ ਪਾਸੇ ਪ੍ਰੇਰਨਾ ਹੈ। ਹੁਣ ਜਦੋਂ ਬੰਦਾ ਬਾਣੀ ਦੀ ਸੋਝੀ ਆਉਂਦੀ ਫਿਰ ਉਹਨੂੰ ਪਤਾ ਲੱਗਦਾ ਹੈ ਵੀ ਇੱਕ ਪਾਸੇ ਗੁਰੂ ਹੈ, ਇੱਕ ਪਾਸੇ ਮਨ ਹੈ, ਵਿਚਾਲੇ ਤੂੰ ਹੈ। ਜੇ ਤੂੰ ਮਨ ਦੀ ਮੰਨੇਗਾ ਉਹ ਤੇਰੇ ਤੋਂ ਮਾੜੇ ਕੰਮ ਕਰਾਏਗਾ ਅਤੇ ਉਹ ਦੁੱਖ ਰੂਪ ਹੋ ਜਾਣਗੇ। ਜੇ ਤੂੰ ਗੁਰੂ ਦੀ ਗੱਲ ਮੰਨੇਗਾ ਉਹ ਤੇਰੇ ਤੋਂ ਸ਼ੁਭ ਕੰਮ ਕਰਾਏਗਾ, ਤੂੰ ਸੁਖੀ ਹੋ ਜਾਏਗਾ। ਫਿਰ ਸਮਾਂ ਪਾ ਕੇ ਬੰਦਾ ਮਨ ਨਾਲ ਲੜਾਈ ਕਰਦਾ ਕਿ ਮੈਂ ਨਹੀਂ ਤੇਰੀ ਮੰਨਣੀ, ਉਹ ਆਪਣੀ ਮਨਵਾਉਣਾ ਚਾਹੁੰਦਾ ਹੈ। ਗੁਰੂ ਦਾ ਸਿੱਖ ਫਿਰ ਮਨ ਦੀ ਨਹੀਂ ਮੰਨਦਾ, ਗੁਰੂ ਦੀ ਮੰਨਦਾ ਹੈ। ਫਿਰ ਇਸ ਤਰ੍ਹਾਂ ਜਿਹੜਾ ਮਨ ਹੈ ਉਹ ਮਰ ਜਾਂਦਾ ਹੈ। ਕਿਉਂ? ਜਿਹਦੀ ਆਪਾਂ ਗੱਲ ਹੀ ਨਾ ਮੰਨੀਏ। ਮੰਨ ਲਓ ਕੋਈ ਬੰਦਾ ਤੁਹਾਨੂੰ ਕੁਛ ਕਹਿੰਦਾ, ਤੁਸੀਂ ਤਾਂ ਮੰਨਦੇ ਹੀ ਨਹੀਂ, ਉਹ ਤੁਹਾਨੂੰ ਫਿਰ ਕਹਿਣ ਨੂੰ ਹਟ ਜਾਏਗਾ। ਭਾਵੇਂ ਤੁਹਾਨੂੰ ਚੰਗੇ ਹੀ ਕਹਿ ਰਿਹਾ, ਇੱਕ ਬੰਦਾ ਤੁਹਾਨੂੰ ਕਹਿ ਰਿਹਾ ਭਾਈ ਪਾਠ ਸਿੱਖ ਲਓ, ਤੁਸੀਂ ਨਹੀਂ ਸਿੱਖਦੇ। ਉਹ ਫਿਰ ਕਹਿੰਦਾ ਪਾਠ ਸਿੱਖ ਲੈ ਪਏ ਕਰ, ਤੁਸੀਂ ਨਹੀਂ ਸਿੱਖਦੇ। ਉਹ ਫਿਰ ਕਹਿੰਦਾ ਭਾਈ ਪਾਠ ਤੇਰੇ ਕੰਮ ਆਏਗਾ, ਤੁਸੀਂ ਨਹੀਂ ਸਿੱਖਦੇ। ਅੜ ਚੱਲ ਨਹੀਂ ਸਿੱਖਦਾ ਨਾ ਸਹੀ। ਜਦੋਂ ਆਪਾਂ ਮਨ ਦੀ ਮੰਨਣੋਂ ਹੀ ਹਟ ਜਾਵਾਂਗੇ ਫਿਰ ਉਹ ਵੀ ਮੰਨਣ ਨੂੰ ਹਟ ਜਾਏਗਾ, ਬਸ ਫਿਰ ਗੁਰੂ ਦੀ ਚੱਲੇਗੀ। ਇਸ ਤਰ੍ਹਾਂ ਜਿਹੜੀ ਮਨਸਾ ਹੈ ਉਹ ਖਤਮ ਹੋ ਜਾਂਦੀ ਹੈ ਅਤੇ ਮਨੁੱਖ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਰਹਾ। ਪੰਜ ਦੂਤ ਮੋਹੇ ਸੰਸਾਰਾ, ਮੋਹੇ ਮਨਮੁਖ ਅੰਧੇ ਸੁਧ ਨ ਸਰ, ਗੁਰਮੁਖ ਹੋਵੇ ਸੋ ਆਪਣਾ ਘਰ ਰੱਖ, ਪੰਜ ਦੂਤ ਸ਼ਬਦ ਪਚਾਵਣਿਆ। ਪੰਜ ਦੂਤ, ਪੰਜ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਹਰ ਇੱਕ ਦੇ ਅੰਦਰ ਹੁੰਦੀਆਂ, ਕੀੜੇ ਤੋਂ ਲੈ ਕੇ ਬੰਦੇ ਤੱਕ। ਕੀੜੇ 'ਚ ਵੀ ਪੰਜੇ ਚੀਜ਼ਾਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਪਸ਼ੂ 'ਚ ਵੀ ਨੇ, ਪੰਛੀ 'ਚ ਵੀ ਨੇ, ਮਨੁੱਖ 'ਚ ਵੀ ਨੇ। ਇਹ ਪੰਜੇ ਦੂਤ ਸਾਰਿਆਂ ਦੇ ਅੰਦਰ ਹੀ ਨੇ। ਇਹ ਪੰਜੇ ਦੂਤ, ਇਹ ਪੰਜੇ ਬੁਰਾਈਆਂ ਮੋਹਿਆਂ ਦੇ ਠੱਗਦੇ ਹਨ, ਇਹ ਸੰਸਾਰ ਨੂੰ ਲੁੱਟ ਰਹੇ ਨੇ। ਇਹ ਕੀ ਲੁੱਟਦੇ ਨੇ? ਇਹ ਪੈਸਾ ਨਹੀਂ ਕੋਈ ਸਾਡਾ ਲੁੱਟਦੇ, ਇਹ ਸਾਡੇ ਅੰਦਰ ਗੁਣ ਲੁੱਟ ਲੈਂਦੇ ਨੇ। ਪਿਛਲੇ ਜਨਮਾਂ ਦੇ ਚੰਗੇ ਕਰਮਾਂ ਕਾਰਨ ਜੋ ਅਸੀਂ ਨਾਲ ਗੁਣ ਲੈ ਕੇ ਆਏ ਸੀ, ਮਾੜੇ ਕੰਮਾਂ ਦੇ ਨਾਲ ਔਗਣ ਲੈ ਕੇ ਆਏ ਸੀ। ਸਾਡੇ ਅੰਦਰ ਗੁਣ ਵੀ ਨੇ, ਸਾਡੇ ਅੰਦਰ ਔਗਣ ਵੀ ਨੇ। ਜੇ ਤੇ ਅਸੀਂ ਕੁਸੰਗਤ ਚਲੇ ਗਏ ਤਾਂ ਔਗਣਾਂ ਦੇ ਵਿੱਚ ਵਾਧਾ ਹੋ ਜਾਏਗਾ ਅਤੇ ਗੁਣ ਘਟ ਜਾਣਗੇ। ਜੇ ਅਸੀਂ ਸਤਸੰਗ ਚਲੇ ਗਏ ਤਾਂ ਗੁਣਾਂ 'ਚ ਵਾਧਾ ਹੋ ਜਾਏਗਾ, ਔਗਣ ਘਟ ਜਾਣਗੇ। ਇਹ ਹੁਣ ਪੰਜੇ ਦੂਤ, ਪੰਜੇ ਬੁਰਾਈਆਂ ਇਹ ਸੰਸਾਰ ਨੂੰ ਲੁੱਟ ਰਹੀਆਂ, ਮੋਹੇ ਲੁੱਟਦੇ ਹਨ। ਮਨਮੁਖ ਅੰਧੇ ਸੁਧ ਨਾ ਕਰ, ਪਰ ਇਹ ਮਨੁੱਖ ਮਨਮੁਖ ਹੈ, ਇਹਨੂੰ ਸੋਝੀ ਹੀ ਨਹੀਂ ਹੈ, ਇਹਨੂੰ ਸੋਝੀ ਹੀ ਨਹੀਂ ਕੀ ਕਰਨਾ ਕੀ ਨਹੀਂ ਕਰਨਾ। ਜਦੋਂ ਬੰਦਾ ਬਾਣੀ ਨੂੰ ਧਿਆਨ ਨਾਲ ਵਿਚਾਰਦਾ ਹੈ ਤਾਂ ਸਭ ਤੋਂ ਪਹਿਲਾਂ ਇਹਨੂੰ ਪਤਾ ਲੱਗਦਾ ਕੀ ਠੀਕ ਹੈ ਅਤੇ ਕੀ ਗਲਤ ਹੈ। ਨਹੀਂ ਤਾਂ 90% ਲੋਕਾਂ ਦੇ ਪਤਾ ਨਹੀਂ ਕੀ ਠੀਕ ਹੈ ਅਤੇ ਕੀ ਗਲਤ ਹੈ। ਮੈਂ ਦੇਖਿਆ ਚੋਰ ਚੋਰੀ ਨੂੰ ਠੀਕ ਸਮਝ ਰਿਹਾ ਹੈ, ਸ਼ਰਾਬ ਪੀਣ ਵਾਲੇ ਸ਼ਰਾਬ ਨੂੰ ਠੀਕ ਸਮਝ ਰਹੇ ਨੇ, ਮਿਲਾਵਟ ਕਰਨ ਵਾਲੇ ਮਿਲਾਵਟ ਨੂੰ ਠੀਕ ਸਮਝ ਰਹੇ ਨੇ, ਠੱਗ ਠੱਗੀਆਂ ਨੂੰ ਠੀਕ ਸਮਝ ਰਿਹਾ ਹੈ, ਲੁਟੇਰੇ ਲੁੱਟਣ ਨੂੰ ਠੀਕ ਸਮਝ ਰਹੇ ਨੇ, ਰਿਸ਼ਵਤਖੋਰ ਰਿਸ਼ਵਤ ਨੂੰ ਠੀਕ ਸਮਝ ਰਿਹਾ ਹੈ। ਉਹਨੂੰ ਇਹ ਪਤਾ ਹੀ ਨਹੀਂ ਕਿ ਜੋ ਕਰ ਰਿਹਾ ਉਹ ਠੀਕ ਹੈ ਕਿ ਗਲਤ ਹੈ। ਜਦੋਂ ਬਾਣੀ ਨਾਲ ਜੁੜਦਾ ਜਾਂ ਕਿਤੇ ਕਥਾ ਵਾਰਤਾ ਸੁਣਦਾ ਬਾਣੀ ਦੀ, ਫਿਰ ਉਹਨੂੰ ਸਮਝ ਆਉਂਦੀ ਵੀ ਉਹ ਤੂੰ ਜੋ ਕਰ ਰਿਹਾ ਉਹ ਤਾਂ ਗਲਤ ਹੈ। ਇਹੀ ਤੇਰੇ ਦੁੱਖ ਦਾ ਕਾਰਨ ਬਣਦੇ ਨੇ। ਜੋ ਗਲਤ ਹੈ ਉਹੀ ਸਾਡੇ ਦੁੱਖ ਦਾ ਕਾਰਨ ਬਣਦਾ ਹੈ, ਜੋ ਠੀਕ ਹੈ ਉਹ ਸੁੱਖ ਦਾ ਕਾਰਨ ਬਣਦਾ ਹੈ। ਇਸ ਲਈ ਪੰਜੇ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ
ਸੰਸਾਰ ਦੇ ਵਿੱਚ ਜਿਹੜੇ ਗੁਣ ਨੇ ਉਹਨੂੰ ਲੁੱਟ ਰਹੇ ਨੇ। ਜਦੋਂ ਗੁਣ ਖਤਮ ਹੋ ਜਾਣਗੇ ਫਿਰ ਔਗਣ ਹੀ ਔਗਣ ਰਹਿ ਜਾਣਗੇ, ਅਤੇ ਫਿਰ ਅਸੀਂ ਵੀ ਮਾੜੇ ਕੰਮ ਕਰਨ ਲੱਗ ਜਾਵਾਂਗੇ। ਮਨਮੁਖ ਅੰਧੇ ਸੁਧ ਨਾ ਸਾਰ, ਸੁਧ ਨਾ ਸਾਰਾ ਕੋਈ ਸੋਝੀ ਨਹੀਂ ਇਹਨਾਂ ਨੂੰ। ਮਨਮੁਖ ਅਗਿਆਨੀ ਨੇ, ਇਹਨਾਂ ਨੂੰ ਕੋਈ ਸੋਝੀ ਨਹੀਂ ਕਿ ਪੰਜੇ ਦੂਤ ਸਾਨੂੰ ਲੁੱਟ ਰਹੇ ਨੇ। ਇਹਨਾਂ ਤੇ ਕੱਲ੍ਹ ਸੋਝੀ ਕੋਈ ਨਹੀਂ ਵੀ ਇਹ ਤਾਂ ਲੁਟੇਰੇ ਨੇ ਸਾਡੇ ਅੰਦਰ, ਇਹ ਤਾਂ ਸਾਨੂੰ ਲੁੱਟ ਰਹੇ ਨੇ। ਇਹ ਤਾਂ ਕੋਈ ਗੁਰਮੁਖ ਹੋਵੇ ਉਹਨੂੰ ਸੋਝੀ ਆਵੇ, ਮਨਮੁਖ ਦਾ ਅਗਿਆਨੀ ਹੈ ਉਹਨੇ ਸੋਝੀ ਹੀ ਨਹੀਂ। ਗੁਰਮੁਖ ਹੋਵੇ ਸੋ ਆਪਣਾ ਘਰ ਰੱਖ। ਜਿਹੜਾ ਗੁਰਮੁਖ ਹੁੰਦਾ ਹੈ ਫਿਰ ਆਪਣੇ ਘਰ ਨੂੰ ਬਚਾ ਕੇ ਰੱਖਦਾ ਚੋਰਾਂ ਤੋਂ। ਹੁਣ ਸਮਝ ਆ ਗਈ। ਜੇ ਆਪਾਂ ਨੂੰ ਪਤਾ ਲੱਗ ਜੇ ਵੀ ਆਲੇ ਦੁਆਲੇ ਚੋਰ ਨੇ ਤਾਂ ਫਿਰ ਆਪਾਂ ਜੰਦਰੇ ਲਾ ਕੇ ਰੱਖਦੇ ਨਾ ਘਰ ਨੂੰ। ਕਈ ਵਾਰੀ ਘਰ 'ਚ ਹੀ ਚੋਰ ਹੁੰਦੇ ਨੇ, ਸਿਆਪਾ ਉਹਦਾ ਸਭ ਤੋਂ ਵੱਡਾ ਹੁੰਦਾ। ਹੁਣ ਜਿਹੜੇ ਘਰ 'ਚ ਹੀ ਚੋਰ ਹੋ ਗਏ ਨੇ, ਰੋਜ਼ ਮੇਰੇ ਕੋਲ ਕੋਈ ਨਾ ਕੋਈ ਆਇਆ ਰਹਿੰਦਾ। ਮੇਰੇ ਹੀ ਘਰੋਂ ਗਹਿਣੇ ਚੱਕੇ ਗਏ ਜੀ, ਮੇਰੇ ਘਰੋਂ ਪੈਸੇ ਚੱਕੇ ਗਏ ਜੀ। ਮੈਂ ਬਾਹਰਲਾ ਕੋਈ ਨਹੀਂ ਆਇਆ, ਬਾਹਰਲਾ ਤੇਰੇ ਸਾਰੇ ਹੀ ਪੈਸੇ ਹੂੰਝ ਕੇ ਲੈ ਜਾਂਦਾ, ਸਾਰੇ ਗਹਿਣੇ ਲੈ ਜਾਂਦਾ। ਉਹਨੇ ਵਿੱਚੋਂ ਥੋੜ੍ਹੇ ਜਿਹੇ ਲਏ ਨੇ, ਉਹ ਘਰ ਦੇ ਜੀ ਚੋਰ ਹੈ। ਉਹ ਚੱਕੇ ਇਸ ਲਈ ਨੇ ਵੀ ਇਹਨੇ ਮੇਰੇ ਵਿਰੁੱਧ ਕਿਹੜਾ ਥਾਣੇ ਜਾਣਾ। ਘਰ ਦੇ ਜੀ ਤਾਂ ਚੋਰੀ ਕਰਨ ਪਤਾ ਵੀ ਮੇਰੇ ਵਿਰੁੱਧ ਕਿਹੜਾ ਇਹਨਾਂ ਨੇ ਥਾਣੇ ਜਾਣਾ, ਕਰ ਲਓ ਬਸ। ਜਿਹੜਾ ਬਾਹਰਲਾ ਚੋਰ ਹੈ ਉਹਨੂੰ ਤਾਂ ਡਰ ਵੀ ਹੁੰਦਾ ਵੀ ਜੇ ਮੈਂ ਫੜਿਆ ਗਿਆ ਕੁਟਾਪਾ ਹੋਵੇਗਾ। ਘਰ 'ਚ ਹੀ ਚੋਰ ਹੋ ਗਏ, ਬੜੀ ਸਮੱਸਿਆ ਖੜੀ ਹੋ ਗਈ। ਕਿਉਂਕਿ ਆਲੇ ਦੁਆਲੇ ਜਿਹੜੀ ਚੀਜ਼ ਬਹੁਤ ਵੱਧ ਜਾਂਦੀ ਹੈ ਉਹ ਫਿਰ ਅੰਦਰ ਵੀ ਆ ਜਾਂਦੀ ਹੈ। ਕਿੰਨੀ ਕੁ ਦੇਰ ਅਸੀਂ ਬਚਾਅ ਕਰਾਂਗੇ। ਬਾਹਰਲੇ ਚੋਰਾਂ ਤੋਂ ਬਚਾਅ ਕਰਨਾ ਆਸਾਨ ਹੈ, ਅੰਦਰਲੇ ਚੋਰਾਂ ਤੋਂ ਬਚਾਅ ਕਰਨ ਤਾਂ ਬੜਾ ਔਖਾ ਹੈ। ਇਹ ਕਾਮ ਕਰੋ ਤੇ ਲੋਭ ਮੋਹ ਹੰਕਾਰ ਅੰਦਰ ਚੋਰ ਨੇ। ਇਹ ਅੰਦਰਲੇ ਚੋਰਾਂ ਤੋਂ ਬਚਾਅ ਕਰਨਾ ਬੜਾ ਹੀ ਔਖਾ ਹੁੰਦਾ। ਮੈਨੂੰ ਵਿਸ਼ਵਾਸ ਹੋ ਗਿਆ ਵੀ ਕਿੰਨੇ ਹੀ ਲੋਕ ਨੇ ਜਿਹੜੇ ਘਰ ਦੀਆਂ ਹੀ ਚੋਰੀ ਕਰਦੇ ਰਹਿੰਦੇ। ਕਦੇ ਗਹਿਣੇ ਚੱਕ ਲਏ, ਕਦੇ ਪੈਸੇ ਚੱਕ ਲਏ, ਕਦੇ ਕੁਛ ਚੱਕ ਲਿਆ, ਕਦੇ ਕੁਛ ਚੱਕ ਲਿਆ। ਹੁਣ ਘਰ ਦੇ ਚੋਰਾਂ ਤੋਂ ਬਚਾਅ ਰੱਖਣਾ ਬੜਾ ਹੀ ਔਖਾ ਹੁੰਦਾ। ਇਹ ਘਰ ਦੇ ਚੋਰ ਨੇ ਪੰਜੇ। ਫਿਰ ਜਿਹੜਾ ਗੁਰਮੁਖ ਹੁੰਦਾ ਆਪਣੇ ਘਰ ਦੀ ਰਖਵਾਲੀ ਕਰਦਾ, ਉਹ ਸਾਵਧਾਨ ਰਹਿੰਦਾ ਹੈ ਵੀ ਕਿਤੇ ਕਾਮ ਨਾ ਚੋਰੀ ਕਰਕੇ ਲੈ ਜਾਏ, ਕਿਤੇ ਕ੍ਰੋਧ, ਕਿਤੇ ਲੋਭ, ਕਿਤੇ ਮੋਹ, ਕਿਤੇ ਹੰਕਾਰ। ਇਹ ਸਾਡੇ ਜਿਹੜੇ ਗੁਣ ਨੇ ਨਾ ਉਹਨਾਂ ਚੋਰੀ ਕਰਦੇ ਨੇ। ਵੀ ਇਹਦੇ ਗੁਣ ਚੋਰੀ ਕਰ ਲਓ, ਬਾਕੀ ਔਗਣ ਰਹਿ ਜਾਣੇ, ਆਪੇ ਧੱਕੇ ਖਾਈ ਜਾਏਗਾ, ਫਿਰ ਆਪੇ ਧੱਕੇ ਖਾਈ ਜਾਏਗਾ। ਪੰਜ ਦੂਤ ਸ਼ਬਦ ਪਚਾ ਬਣੇ। ਉਹ ਇਹਨਾਂ ਪੰਜਾਂ ਚੋਰਾਂ ਤੋਂ ਬਚਾ ਕਿਵੇਂ ਕਰਦਾ? ਜਿਹੜਾ ਗੁਰਮੁਖ ਹੁੰਦਾ ਹੈ ਕਹਿੰਦੇ ਉਹ ਆਪਣੇ ਘਰ ਦਾ ਇਹਨਾਂ ਚੋਰ ਪੰਜਾਂ ਚੋਰਾਂ ਤੋਂ ਬਚਾ ਰੱਖਦਾ। ਕਿਵੇਂ ਰੱਖਦਾ ਹੈ? ਇਹ ਕੋਈ ਸੰਸਾਰਕ ਜੰਦਰੇ ਨਾਲ ਤਾਂ ਹੋਣਾ ਨਹੀਂ। ਸੰਸਾਰਕ ਜੰਦਰਿਆਂ ਨਾਲ ਤਾਂ ਅਸੀਂ ਬਾਹਰਲੇ ਚੋਰਾਂ ਤੋਂ ਬਚਾ ਕਰ ਸਕਦੇ ਹਾਂ। ਹੁਣ ਘਰ 'ਚ ਹੀ ਚੋਰ ਨੇ ਤੇ ਕਰੋਗੇ ਕੀ? ਅਤੇ ਉਹ ਜੇ ਉਹ ਚੋਰ ਨੇ ਜਿਹੜੇ ਤਾਂ ਬਾਹਰਲੇ ਚੋਰ ਹੁੰਦੇ ਨੇ ਉਹਨਾਂ ਤਾਂ ਸਰੀਰ ਦਿਸਦਾ। ਜੇ ਚੋਰ ਅੰਦਰ ਆ ਵੜਿਆ ਤਾਂ ਆਪਾਂ ਨੂੰ ਦਿਸ ਜਾਏਗਾ ਸਾਡੇ ਘਰ 'ਚ ਚੋਰ ਆ ਗਿਆ ਹੈ, ਜਿਸ ਜਾਗ ਪੈਦਾ। ਇਹ ਤਾਂ ਦਿਸਦਾ ਹੀ ਨਹੀਂ। ਬਾਹਰਲਾ ਚੋਰ ਤਾਂ ਦਿਸਦਾ, ਇਹ ਅੰਦਰਲੇ ਪੰਜੇ ਚੋਰ ਦਿਸਦੇ ਹੀ ਨਹੀਂ ਹੈ। ਇਹਨਾਂ ਨੂੰ ਖਤਮ ਕਿਵੇਂ ਕਰਨਾ, ਮਾਰਨਾ ਕਿਵੇਂ? ਪੰਜ ਦੂਤ ਸ਼ਬਦ ਪਚਾ ਬਣੇ। ਫਿਰ ਜਿਹੜਾ ਗੁਰਮੁਖ ਹੁੰਦਾ ਹੈ ਪੰਜੇ ਦੂਤਾਂ ਨਾਮ ਰਾਹੀਂ ਮਾਰ ਦਿੰਦਾ ਹੈ। ਪਚਾ ਬਣਿਆ, ਮਾਰ ਦੇਣਾ। ਨਾਮ ਜਪੀ ਜਾਂਦਾ, ਜਪੀ ਜਾਂਦਾ, ਜਪੀ ਜਾਂਦਾ। ਗੁਰੂ ਮਹਾਰਾਜ ਦੇ ਅਨੁਸਾਰ ਜੀਵਨ ਜਿਉਂਦਾ ਹੈ, ਬਾਣੀ ਅਨੁਸਾਰ ਜੀਵਨ ਜਿਉਂਦਾ, ਨਾਮ ਜਪੀ ਜਾਂਦਾ, ਜਪੀ ਜਾਂਦਾ, ਜਪੀ ਜਾਂਦਾ। ਇੱਕ ਦਿਨ ਪੰਜਾਂ ਨੂੰ ਅੰਦਰੋਂ ਮਾਰ ਲੈਂਦਾ ਅਤੇ ਫਰੀ ਹੋ ਜਾਂਦਾ। ਬਸ ਡਰ ਖਤਮ ਹੋ ਗਿਆ। ਜਿਵੇਂ ਸ਼ੇਰ ਸ਼ਾਹ ਸੂਰੀ ਨੇ ਹਮਾਯੂੰ ਨੂੰ 1540 ਵਿੱਚ ਹਰਾਤਾ। ਬਾਬਰ ਦਾ ਪੁੱਤਰ ਹਮਾਯੂੰ ਸੀ, ਭਾਰਤ 'ਤੇ ਰਾਜ ਕਰਦਾ ਆਪਣੇ ਬਾਪ ਤੋਂ ਬਾਅਦ। 1540 ਈਸਵੀ ਦੇ ਵਿੱਚ ਸ਼ੇਰ ਸ਼ਾਹ ਸੂਰੀ ਨੇ ਪਹਿਲਾਂ ਨੂੰ ਚੌਸਾ ਦੇ ਮੈਦਾਨ, ਬਿਹਾਰ ਦੇ ਵਿੱਚ ਚੌਸਾ, ਪਹਿਲਾਂ ਉੱਥੇ ਹਰਾਇਆ। ਫਿਰ ਉਹਨੂੰ ਕਨੌਜ ਜਾ ਕੇ ਹਰਾਇਆ ਅਤੇ ਹਮਾਯੂੰ ਹਿੰਦੁਸਤਾਨ ਛੱਡ ਕੇ ਭੱਜ ਗਿਆ।
ਸ਼ੇਰ ਸ਼ਾਹ ਸੂਰੀ ਵੇਲੇ ਹਿੰਦੁਸਤਾਨ 'ਚ ਚੋਰੀਆਂ ਬਹੁਤ ਹੁੰਦੀਆਂ ਸਨ। ਸ਼ੇਰ ਸ਼ਾਹ ਸੂਰੀ ਨੇ ਸਾਰੇ ਦੇਸ਼ 'ਚ ਐਲਾਨ ਕਰ ਦਿੱਤਾ ਹੈ ਕਿ ਕਿਸੇ ਨੇ ਘਰ ਨੂੰ ਜੰਦਰੇ ਨਹੀਂ ਲਾਉਣੇ, ਬਸ ਘਰ ਖੁੱਲ੍ਹਾ ਛੱਡ ਦੇਣਾ, ਮੈਂ ਦੇਖਾਂਗਾ ਕੌਣ ਚੋਰੀ ਕਰਦਾ। ਉਦੋਂ ਨੰਬਰਦਾਰ ਹੋਇਆ, ਕਦੇ ਸਰਪੰਚ ਨਹੀਂ ਸੀ ਹੋਏਗਾ, ਨੰਬਰਦਾਰ ਹੋਇਆ, ਕਦੇ ਥਾਣੇਦਾਰ ਹੁੰਦੇ ਸਨ। ਨੰਬਰਦਾਰਾਂ ਅਤੇ ਥਾਣੇਦਾਰਾਂ ਨੂੰ ਹੁਕਮ ਕਰਤਾ ਕਿ ਜੇ ਤੁਹਾਡੇ ਇਲਾਕੇ ਚੋਰੀ ਹੋ ਗਈ ਅਤੇ ਤੁਸੀਂ 7 ਦਿਨ ਦੇ ਵਿੱਚ ਚੋਰ ਨਾ ਫੜਿਆ, ਤੁਹਾਨੂੰ ਦੋਨਾਂ ਨੂੰ ਪਿੰਡ ਜਾਂ ਸ਼ਹਿਰ ਦੇ ਚੌਂਕ 'ਚ ਫਾਹੇ ਲਾ ਦਿੱਤਾ ਜਾਏਗਾ। ਉਹਨੇ 300-400 ਨੰਬਰਦਾਰ ਦੇ 300-400 ਥਾਣੇਦਾਰ ਫਾਹੇ ਟੰਗਤੇ। ਬਸ ਫਿਰ ਕਿੱਥੇ ਚੋਰ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਚੋਰ ਪੁਲਿਸ ਦੀ ਹਮਾਇਤ ਤੋਂ ਬਿਨਾਂ ਨਹੀਂ ਕਰ ਸਕਦੇ। ਆਹ ਨਸ਼ਾ ਵੇਚਣ ਵਾਲੇ ਪੁਲਿਸ ਦੀ ਅਤੇ ਪੋਲੀਟੀਕਲ ਬੰਦੇ ਸਪੋਰਟ ਤੋਂ ਬਿਨਾਂ ਨਹੀਂ ਵੇਚ ਸਕਦੇ। ਮਾੜੇ ਕੰਮ ਕਰਨ ਵਾਲਿਆਂ ਨੂੰ ਜਾਂ ਪੁਲਿਸ ਦੀ ਸ਼ੈ ਹੁੰਦੀ ਹੈ ਜਾਂ ਪੋਲੀਟੀਕਲ ਬੰਦਿਆਂ ਦੀ ਹੁੰਦੀ ਹੈ, ਨਹੀਂ ਤਾਂ ਇਹਨਾਂ ਦੀ ਕੀ ਤਾਕਤ ਹੈ। ਆਹ ਜਿਹੜੀਆਂ ਨੇ ਮੈਨੂੰ ਕਈਆਂ ਕਿਹਾ, ਪੁਲਿਸ ਵਾਲਿਆਂ ਵੀ ਮੈਨੂੰ ਦੱਸਿਆ, ਆਹ ਜਿਹੜੀ ਜੇਬ ਕਤਰੀਆਂ ਨੇ, ਪੁਲਿਸ ਵਾਲਾ ਸਭ ਪਤਾ ਹੁੰਦਾ, ਇਹਨਾਂ ਵਿੱਚ ਲਿਆ ਕੇ ਪੈਸੇ ਦਿੰਦੀਆਂ, ਮਹੀਨਾ ਦਿੰਦੀਆਂ ਨੇ। ਇੱਕ ਵਾਰੀ ਇੱਕ ਜੱਜ ਬੇਬੀ, ਜੱਜ ਦੀ ਘਰ ਵਾਲੀ ਦੇ ਕਿਸੇ ਨੇ, ਉਹ ਗਏ ਸੀ ਪੈਲਸ 'ਚ, ਉੱਥੇ ਪਰਸ 'ਚ ਉਹਦੇ ਗਹਿਣੇ ਕੱਢ ਲਏ, ਉੱਥੇ ਫਿਰੀ ਜਾਂਦੀ ਇਹਦੇ ਵਿੱਚ ਹੀ ਹਨ ਜੇਬ ਕਤਰੀਆਂ। ਉਹਨੇ ਆ ਕੇ ਪੁਲਿਸ ਕੋਲ ਰਿਪੋਰਟ ਲਿਖਾਈ। ਜੋ ਪੁਲਿਸ ਨੂੰ ਪਤਾ ਲੱਗੇ ਉਹ ਇਹ ਤਾਂ ਜੱਜ ਦੀ ਘਰ ਵਾਲੀ ਹੈ, ਭਾਜੜ ਪੈ ਗਈ ਪੁਲਿਸ ਦੀ। ਕਿੰਨੇ ਵਜੇ ਬੀਬੀ ਤੁਹਾਡਾ ਹੋਇਆ, ਉਹਨੂੰ ਪਤਾ ਲੱਗ ਗਿਆ ਅੱਛਾ ਉੱਥੇ ਫਲਾਣਾ ਗਰੁੱਪ ਸੀ ਜੇਬ ਕਤਰਾਂ ਦਾ। ਬਸ ਕਹਿ ਬੀਬੀ ਦੱਸੋ ਕਿੰਨੇ ਦੇ ਗਹਿਣੇ ਸਨ? ਕਹਿੰਦੇ ਜੀ 1.5 ਲੱਖ ਦੇ। ਕਹਿੰਦੇ ਕੋਈ ਤੁਸੀਂ ਘਰ ਜਾਓ, ਅਸੀਂ ਫੜ ਲੈਣੇ ਘੰਟੇ 2 ਘੰਟੇ। ਚਲੋ ਜੀ ਫੜ ਸੱਦ ਲੈਣ ਲੀਡਰ ਨੂੰ, ਆ ਜਾ ਬਈ ਇੱਥੇ। ਕਹਿ ਤੁਸੀਂ ਜਿਹਦੇ ਗਹਿਣੇ ਚੱਕੇ ਨਾ ਉਹ ਜੱਜ ਦੀ ਘਰ ਵਾਲੀ ਹੈ, ਫਾਹੇ ਟੰਗ ਦੂ ਤੁਹਾਨੂੰ ਜੱਜ, ਦੇ ਜਾਓ ਵਾਪਸ। ਉਹ ਕਹਿੰਦੇ ਜੀ ਜਿਹੜਾ ਹੈ ਵੀ ਅਸੀਂ ਨਾ ਜੀ ਉਹ ਤਾਂ 1.5 ਲੱਖ ਦੇ ਵੇਚਤੇ। ਅੱਛਾ ਚਲੋ ਲਿਓ 1.5 ਲੱਖ ਦਿਓ। ਪੁਲਿਸ ਨੇ 1.5 ਲੱਖ ਲੈ ਲਿਆ ਅਤੇ ਟੈਲੀਫੋਨ ਕਰਦਾ ਜੱਜ ਦੀ ਘਰ ਵਾਲੇ ਨੂੰ, ਮੈਡਮ ਜੀ ਉਹ ਗਹਿਣੇ ਤਾਂ ਨਹੀਂ ਮਿਲਦੇ, ਇਹਨਾਂ ਕਿਤੇ ਅੱਗੇ ਵੇਚਦੇ ਨੇ, ਇਹਨਾਂ 1.25 ਲੱਖ ਰੁਪਇਆ ਦਿੱਤਾ ਵੀ ਅਸੀਂ 1.25 ਲੱਖ ਦੇ ਵੇਚੇ ਨੇ। ਉਹਨੇ ਸੋਚਿਆ ਚਲ ਜੋ ਮਿਲਦਾ ਉਹੀ ਸੀ, 1,25,000 ਜੱਜ ਦੀ ਘਰ ਵਾਲੇ ਨੇ ਦਿੱਤਾ, 25,000 ਆਪ ਕਰ। ਸੋ ਇਸ ਲਈ ਇਹ ਜਿਹੜੀਆਂ ਬੁਰਾਈਆਂ ਨੇ ਇਹਨਾਂ ਦੇ ਮਗਰ ਕੋਈ ਸਪੋਰਟ ਵਾਲਾ ਹੁੰਦਾ। ਅਗਲਾ ਕਹਿੰਦਾ ਇਹ ਕਿੱਲੇ 'ਤੇ ਟੱਪਦਾ ਜੀ, ਆਪ ਕਹਿੰਦੇ ਇਹ ਤਾਂ ਕਿੱਲਾ ਮਜ਼ਬੂਤ ਹੈ ਜੀ। ਉਹਨੂੰ ਪਤਾ ਸੀ ਕਿ ਨੰਬਰਦਾਰ ਅਤੇ ਸਰਪੰਚ ਦੀ ਜਾਣਕਾਰੀ ਤੋਂ ਬਿਨਾਂ ਚੋਰੀ ਨਹੀਂ ਹੋ ਸਕਦੀ। ਉਹਨੂੰ ਸੈਂਕੜੇ ਟੰਗ 'ਤੇ ਫਾਹੇ 'ਤੇ ਉਹ ਹਾਹਾਕਾਰ ਮਚ ਕੇ ਪਤਾ ਹੀ ਨਹੀਂ ਕਿਤੇ। ਕਹਿੰਦਾ ਮੈਂ ਦੇਖਦਾ ਕੌਣ ਚੋਰੀ ਕਰਦਾ। 5 ਵਿਚਾਰੇ ਰਹੇ ਹੀ 5 ਸਾਲ, ਡੈਥ ਹੋ ਗਈ ਉਹਦੀ। ਹਾਂ ਜੇ ਇਹੋ ਜਿਹੇ ਬੰਦੇ 15-20 ਸਾਲ ਰਾਜ ਕਰਦੇ ਹਿੰਦੁਸਤਾਨ ਨਕਸ਼ੇ ਬਦਲ ਕੇ ਰੱਖ ਦਿੰਦੇ ਇਹੋ ਜਿਹੇ। ਸੋ ਇਸ ਲਈ ਇਹ ਕਹਿੰਦੇ ਗੁਰੂ ਮਹਾਰਾਜ ਕਹਿੰਦੇ ਗੁਰਮੁਖ ਹੋਵੇ ਸੋ ਆਪਣਾ ਘਰ ਰੱਖ। ਜਿਹੜਾ ਗੁਰਮੁਖ ਹੁੰਦਾ ਆਪਣੇ ਘਰ ਦੀ ਰਖਵਾਲੀ ਕਰਦਾ ਹੈ। ਇਹਨਾਂ 5 ਦੂਤਾਂ ਨੂੰ 5 ਚੋਰਾਂ ਨੂੰ ਨਾਮ ਦੇ ਨਾਲ ਮਾਰ ਦਿੰਦਾ ਹੈ। ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ, ਸਹਜੇ ਪ੍ਰਭ ਸੇਵੇਂ ਅਨ ਦਿਨ ਮਾਤੇ, ਮਿਲ ਪ੍ਰੀਤਮ ਸੱਚੇ ਗੁਣ ਗਾਵੇਂ, ਹਰ ਦਰ ਸੋਭਾ ਪਾਵਣਿਆ। ਇੱਕ ਦੇ 3 ਸਰੂਪ ਨੇ ਗੁਰਬਾਣੀ 'ਚ। ਈਡਨ ਸਿਆਰੀ ਕੱਕਾ ਇੱਕ ਵਚਨ ਹੈ, ਇਸਤਰੀ ਲਿੰਗ ਹੈ। ਦੂਜਾ ਸਰੂਪ ਹੈ ਈਡਨ ਸਿਆਰੀ ਕੱਕੇ ਨੂੰ ਔਂਕੜ ਇੱਕ, ਇਹ ਇੱਕ ਵਚਨ ਹੈ, ਪੁਲਿੰਗ ਹੈ। ਤੀਜਾ ਸਰੂਪ ਹੈ ਈਡਨ ਸਿਆਰੀ ਕੱਕੇ ਨੂੰ ਸਿਆਰੀ ਇੱਕ, ਇਹ ਬਹੁਵਚਨ ਹੁੰਦਾ। ਇਹ ਇਸਤਰੀ ਲਿੰਗ ਵੀ ਹੁੰਦਾ, ਇਹ ਪੁਲਿੰਗ ਵੀ ਹੋ ਸਕਦਾ, ਇੱਕ ਬਹੁਵਚਨ ਹੈ ਅਤੇ ਅਰਥ ਹੈ ਕਈ। ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ,
ਕਈ ਗੁਰਮੁਖ ਬਣ ਕੇ ਸਦਾ ਹੀ ਪਰਮਾਤਮਾ ਦੇ ਪਿਆਰ 'ਚ ਰੰਗੇ ਰਹਿੰਦੇ ਨੇ। ਸੱਚੇ ਪਰਮਾਤਮਾ ਦੇ ਰੰਗ ਰਾਤੇ ਪਿਆਰ ਵਿੱਚ ਰੰਗੇ ਰਹਿੰਦੇ ਹਨ। ਸਹਿਜੇ ਪ੍ਰਭ ਸੇਵੇਂ ਅੰਦਰ ਮਤ, ਦਿਨ ਰਾਤ ਉਹ ਮਸਤੀ 'ਚ ਆ ਕੇ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਨੇ। ਮਿਲ ਪ੍ਰੀਤਮ ਸੱਚੇ ਗੁਣ ਗਾਵੇਂ, ਫਿਰ ਉਹ ਪਰਮਾਤਮਾ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਉਂਦੇ ਹਨ। ਇਹ ਤਾਂ ਪ੍ਰੀਤਮ ਗੁਰੂ ਵੀ ਹੋ ਸਕਦਾ। ਉਹ ਗੁਰੂ ਮਹਾਰਾਜ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ। ਫਿਰ ਕੀ ਹੁੰਦਾ? ਹਰ ਦਾ ਰਸੋਭਾ ਪਾਪ ਨੇ, ਉਹਨਾਂ ਨੂੰ ਹਰੀ ਦੇ ਦਰ 'ਤੇ ਵਡਿਆਈ ਮਿਲਦੀ ਹੈ, ਸ਼ੋਭਾ ਮਿਲਦੀ ਹੈ। ਰੇ ਰੇ ਦਰਗਾਹ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦੇਵ, ਕਿ ਆਓ ਜੀ ਬੈਠੋ ਜੀ, ਸਾਰੇ ਆਦਰ ਮਾਣ ਕਰਦੇ ਨੇ। ਕਿਉਂ? ਸ਼ੁਭ ਕਰਮ ਕਰਕੇ ਤੇ ਨਾਮ ਜਪ ਕੇ ਗਿਆ ਹੁੰਦਾ ਬੰਦਾ। ਏਕਮ ਏਕੈ ਆਪ ਉਪਾਇਆ, ਦੁਬਦਾ ਦੂਜਾ ਤ੍ਰਿਬਿਧ ਮਾਇਆ। ਚੌਥੀ ਪੌੜੀ ਗੁਰਮੁਖ ਊਂਚੀ, ਸੱਚੋ ਸੱਚ ਕਮਾਵਣੀ। ਏਕਮ ਏਕੈ ਆਪ ਉਪਾਇਆ। ਪਰਮਾਤਮਾ ਨੇ ਪਹਿਲਾਂ ਆਪਣੇ ਆਪ ਨੂੰ ਪੈਦਾ ਕੀਤਾ, ਆਪਣੀ ਹੋਂਦ ਪਹਿਲਾਂ ਪ੍ਰਗਟ ਕੀਤੀ, ਕਿਉਂਕਿ ਪਰਮਾਤਮਾ ਤੋਂ ਪਹਿਲਾਂ ਕੁਝ ਵੀ ਨਹੀਂ ਸੀ। ਪਹਿਲਾਂ ਉਸਨੇ ਆਪਣੇ ਆਪ ਪੈਦਾ ਕੀਤਾ। ਦੁਬਿਧਾ ਦੂਜਾ ਤ੍ਰਿਬਿਧ ਮਾਇਆ। ਫਿਰ ਉਹ ਆਪਣੇ ਤੋਂ ਬਾਅਦ ਫਿਰ ਉਹਨੇ ਕੀ ਕੀਤਾ? 3 ਪ੍ਰਕਾਰ ਦੀ ਮਾਇਆ ਰਚੀ। ਤ੍ਰਿਬਿਧ 3 ਤਰੀਕਿਆਂ ਦੀ, ਰਜੋ ਸਤੋ ਤਮੋ। ਇਹ 3 ਪ੍ਰਕਾਰ ਦੀ ਉਹਨੇ ਫਿਰ ਆਪਣੇ ਤੋਂ ਬਾਅਦ ਦੂਜੇ ਥਾਂ 'ਤੇ ਇਹ ਮਾਇਆ ਪੈਦਾ ਕੀਤੀ। ਮਾਇਆ ਦੀ 3 ਅਵਸਥਾ ਨੇ। ਪਹਿਲੀ ਅਵਸਥਾ ਹੈ ਤਮੋ, ਦੂਜੀ ਹੈ ਰਜੋ, ਤੀਜੀ ਹੈ ਸਤੋ। ਉਦੋਂ ਉੱਪਰ ਫਿਰ ਨਾਮ ਦੀ ਅਵਸਥਾ ਆ ਜਾਂਦੀ ਹੈ। ਚੌਥੀ ਪੌੜੀ ਗੁਰਮੁਖ ਊਂਚੀ। ਗੁਰਮੁਖ ਜਿਹੜਾ ਹੈ ਉਸ ਉੱਚੀ ਪੌੜੀ 'ਤੇ, ਚੌਥੀ ਪੌੜੀ 'ਤੇ ਚੜ੍ਹ ਜਾਂਦਾ ਹੈ। ਸੱਚੋ ਸੱਚ ਕਮਾਵਣੇ। ਅਤੇ ਗੁਰਮੁਖ ਜਿਹੜਾ ਪਰਮਾਤਮਾ ਦੇ ਨਾਮ ਦੀ ਹੀ ਕਮਾਈ ਕਰਦਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਉਹ ਸੱਚ ਦੀ ਕਮਾਈ ਕਰਦਾ। ਸਭ ਹੈ ਸੱਚਾ ਜੇ ਸੱਚੇ ਭਾਵੈ, ਜਿਨ ਸੱਚ ਜਤ ਸੋ ਸਹਿਜ ਸਮਾਵੈ। ਗੁਰਮੁਖ ਕਰਨੀ ਸੱਚੇ ਸੇਵੇਂ, ਸਾਚੇ ਜਾਏ ਸਮਾਵਣਿਆ। ਸਭ ਹੈ ਸੱਚਾ। ਹੁਣ ਦੇਖੋ, ਸੱਚਾ ਇੱਕ ਵਚਨ ਹੈ, ਇਸ ਲਈ ਦੇ ਕਿ ਸਭ ਜਿਹੜਾ ਲੱਗਿਆ ਨਾ, ਭੱਬੇ ਨੂੰ ਔਂਕੜ ਲੱਗਿਆ ਵੀ ਸਭ ਵੀ ਇੱਕ ਵਚਨ ਹੈ। ਸਭ ਹੈ ਸੱਚਾ, ਸਾਰਾ ਕੁਝ ਹੀ ਸੱਚਾ ਹੈ ਜੇ ਸੱਚੇ ਭਾਵੇ, ਜੇ ਪਰਮਾਤਮਾ ਨੂੰ ਚੰਗਾ ਲੱਗ ਜਾਏ। ਜੇ ਪਰਮਾਤਮਾ ਨੂੰ ਚੰਗਾ ਲੱਗ ਜਾਏ ਤਾਂ ਹਰ ਇੱਕ ਹੀ ਸੱਚਾ ਹੈ। ਜਿਨ ਸੱਚ ਜਤ, ਜਿਨ ਦੇ ਜਿਹੜੇ ਨੇ 2 ਸਰੂਪ ਨੇ। ਇੱਕ ਹੈ ਜੱਜਨ ਸਹਿਰੀ, ਨੰਨਣ ਸਹਿਰੀ, ਇਹ ਇੱਕ ਵਚਨ ਜਿਸ ਨੇ। ਇੱਕ ਹੈ ਜੱਜਨ ਸਹਿਰੀ ਨੰਨਾ ਜਿਨ, ਜਿਨ੍ਹਾਂ ਨੇ। ਸਹਿਰੀ ਨਾਲ ਇੱਕ ਵਚਨ ਹੋ ਗਿਆ। ਜਿਹੜਾ ਇੱਕ ਸ਼ਬਦ ਸੀ ਉੱਪਰ, ਉਹ ਸਹਿਰੀ ਨਾਲ ਬਹੁਵਚਨ ਹੋ ਗਿਆ ਸੀ, ਬਾਕੀ ਸਹਿਰੀ ਨਾਲ ਇੱਕ ਵਚਨ ਹੋ ਜਾਂਦੇ ਨੇ। ਜਿਨ ਸੱਚ ਜਤ, ਜਿਸ ਨੇ ਪਰਮਾਤਮਾ ਨੂੰ ਜਾਣ ਲਿਆ। ਜੇ ਨਾ ਪਤਾ ਵੇ ਫਿਰ ਐਵੇਂ ਕਹਿ, ਜਿਨ੍ਹਾਂ ਨੇ ਸੱਚ ਨੂੰ ਜਾਣ ਲਿਆ। ਅਤੇ ਜਿਹਨੂੰ ਪਤਾ ਵਿਆਕਰਨ ਦਾ ਕਿ ਨੰਨੇ ਨੂੰ ਸਿਹਾਰੀ ਲੱਗ ਗਈ, ਇਹ ਇੱਕ ਵਚਨ ਹੋ ਗਿਆ ਹੈ। ਫਿਰ ਉਹ ਕਹਿੰਦੇ ਜਿਸ ਨੇ ਸੱਚ ਜਾਤਾ, ਜਿਸ ਨੇ ਸੱਚ ਨੂੰ ਜਾਣ ਲਿਆ ਸੋ ਸਹਿਜ ਸਮਾਵੈ। ਉਹ ਫਿਰ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ। ਸਹਿਜ 2 ਅਰਥ ਨੇ। ਇੱਕ ਹੈ ਸਹਿਜ ਅਵਸਥਾ, ਜਿੱਥੇ ਮਨ ਜਾ ਕੇ ਬਿਲਕੁਲ ਅਡੋਲ ਹੋ ਜਾਂਦਾ ਹੈ, ਮਨ ਡੋਲਣੋਂ ਹਟ ਜਾਂਦਾ ਹੈ। ਅਤੇ ਦੂਜਾ ਹੈ ਪਰਮਾਤਮਾ। ਸੋ ਪਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਹੈ। ਕੌਣ? ਜਿਹਨੇ ਪਰਮਾਤਮਾ ਨੂੰ ਜਾਣ ਲਿਆ ਹੈ। ਗੁਰਮੁਖ ਕਰਨੀ ਸੱਚੇ ਸੇਵੇਂ। ਗੁਰਮੁਖ ਕੀ ਕਰਦੇ ਨੇ? ਉਹ ਪਰਮਾਤਮਾ ਦਾ ਸਿਮਰਨ ਕਰਦੇ ਰਹਿੰਦੇ ਨੇ। ਬਸ ਇਹੀ ਉਹਨਾਂ ਦੀ ਕਰਨੀ ਹੈ, ਇਹੀ ਉਹਨਾਂ ਦਾ ਕੰਮ ਹੈ। ਗੁਰਮੁਖ ਦਾ ਕੰਮ ਹੈ ਕਿ ਪਰਮਾਤਮਾ ਦਾ ਸਿਮਰਨ ਕਰਦੇ ਰਹਿਣਾ। ਸੱਚੇ ਸੇਵੇਂ, ਸੱਚੇ ਦੇ ਸਿਮਰਨ ਕਰਦੇ ਰਹਿੰਦੇ ਨੇ। ਫਿਰ ਨਤੀਜਾ ਕੀ ਨਿਕਲਦਾ ਹੈ? ਸਾਚੇ ਜਾਏ ਸਮਾਵਣੇ। ਅਤੇ ਉਹ ਪਰਮਾਤਮਾ ਦੇ ਵਿੱਚ ਹੀ ਜਾ ਕੇ ਸਮਾ ਜਾਂਦੇ ਹਨ।
ਉਹ ਨਾਮ ਜਪਦੇ ਰਹਿੰਦੇ ਨੇ, ਜਪਦੇ ਰਹਿੰਦੇ ਨੇ, ਜਪਦੇ ਰਹਿੰਦੇ ਨੇ, ਜਪਦੇ ਰਹਿੰਦੇ ਨੇ। ਗੁਰਬਾਣੀ ਕੇ ਜੈਸਾ ਸੇਵੈ ਤੈਸੋ ਹੋਵੇ। ਜਿਹੋ ਜਿਹੇ ਨੂੰ ਤੁਸੀਂ ਯਾਦ ਕਰਦੇ ਰਹੋਗੇ, ਕਰਦੇ ਰਹੋਗੇ, ਕਰਦੇ ਰਹੋਗੇ, ਤੁਸੀਂ ਉਹਦੇ ਵਰਗੇ ਹੋ ਜਾਵੋਗੇ। ਜਾਂ ਜਿਸ ਦੀ ਸੇਵਾ ਕਰਦੇ ਰਹੋਗੇ, ਕਰਦੇ ਰਹੋਗੇ, ਕਰਦੇ ਰਹੋਗੇ, ਉਹਦੇ ਵਰਗੇ ਹੋ ਜਾਓਗੇ। ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਸੇਵਾ ਕਰਦੇ ਰਹੇ, ਕਰਦੇ ਰਹੇ, ਕਰਦੇ ਰਹੇ, ਗੁਰੂ ਨਾਨਕ ਦਾ ਰੂਪ ਹੋ ਗਏ। ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਜੀ ਸੇਵਾ ਕਰਦੇ ਰਹੇ, ਕਰਦੇ ਰਹੇ, ਕਰਦੇ ਰਹੇ, ਅਤੇ ਉਹ ਗੁਰੂ ਅੰਗਦ ਦੇਵ ਦਾ ਰੂਪ ਹੋ ਗਏ। ਇਸ ਤਰ੍ਹਾਂ ਹੀ ਵਾਹਿਗੁਰੂ 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 ਜਿਹੜਾ ਬੰਦਾ ਹਰ ਵਕਤ ਕਰਦਾ ਰਹਿੰਦਾ ਹੈ, ਉਹ ਫਿਰ ਵਾਹਿਗੁਰੂ ਦਾ ਰੂਪ ਹੋ ਜਾਂਦਾ। ਜਦੋਂ ਵਾਹਿਗੁਰੂ ਦਾ ਰੂਪ ਹੋ ਜਾਂਦਾ, ਫਿਰ ਉਹ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦਾ। ਸੋ ਜੀਵਨ ਦਾ ਉਦੇਸ਼ ਹੈ ਵਾਹਿਗੁਰੂ ਦੇ ਵਿੱਚ ਲੀਨ ਹੋਣਾ, ਅਤੇ ਉਹ ਤਾਂ ਹੀ ਹੋ ਸਕਦਾ ਜੇ ਕੋਈ ਬੰਦਾ ਦਿਨ ਰਾਤ ਉੱਠਦਾ ਬੈਠਦਾ ਤੁਰਦਾ ਫਿਰਦਾ ਵਾਹਿਗੁਰੂ ਵਾਹਿਗੁਰੂ ਕਰਦਾ ਰਹੇ ਅਤੇ ਨਾਲ ਸ਼ੁਭ ਕਰਮ ਕਰੇ। ਸ਼ੁਭ ਕਰਮਾਂ ਤੋਂ ਬਿਨਾਂ ਕਦੇ ਵੀ ਪ੍ਰਾਪਤੀ ਨਹੀਂ ਹੁੰਦੀ। ਪ੍ਰਾਪਤੀ ਉਹਨਾਂ ਲੋਕਾਂ ਨੂੰ ਹੋਏ ਜਿਨ੍ਹਾਂ ਦੇ ਕਰਮ ਬਿਲਕੁਲ ਸ਼ੁੱਧ ਸਨ, ਜਿਨ੍ਹਾਂ ਨੇ ਮਨ ਕਰਕੇ, ਤਨ ਕਰਕੇ, ਧਨ ਕਰਕੇ ਕਿਸੇ ਦਾ ਕੋਈ ਕਦੇ ਨੁਕਸਾਨ ਹੀ ਨਹੀਂ ਕੀਤਾ। ਨਾ ਮਨ ਕਰਕੇ ਕਿਸੇ ਨੂੰ ਅਬਾ ਤਬਾ ਬੋਲਿਆ, ਦੁੱਖ ਦਿੱਤਾ, ਕਿਸੇ ਦਾ ਮਨ ਨਹੀਂ ਦਿਖਾਇਆ। ਨਾ ਤਨ ਕਰਕੇ ਕਿਸੇ ਦੀ ਕੋਈ ਚੋਰੀ ਕੀਤੀ, ਕੋਈ ਡਾਕਾ ਮਾਰਿਆ, ਕਿਸੇ ਨੂੰ ਨੁਕਸਾਨ ਪਹੁੰਚਾਇਆ, ਸੱਟ ਫੇਟ ਮਾਰੀ, ਕਤਲ ਕੀਤਾ। ਨਾ ਮਨ ਕਰਕੇ, ਨਾ ਧਨ ਕਰਕੇ, ਕਦੇ ਕਿਸੇ ਧਨ ਦਾ ਨੁਕਸਾਨ ਨਹੀਂ ਕਰਦੇ, ਕੋਈ ਚੋਰੀ ਨਹੀਂ ਕਰਦੇ, ਪੈਸੇ ਲੈ ਕੇ ਮੁੱਕਰਦੇ ਨਹੀਂ ਹੈਗੇ। ਇਸ ਤਰ੍ਹਾਂ ਜਿਹੜੇ ਮਨ ਕਰਕੇ, ਤਨ ਕਰਕੇ ਅਤੇ ਧਨ ਕਰਕੇ ਕਿਸੇ ਦਾ ਨੁਕਸਾਨ ਨਹੀਂ ਕਰਦੇ, ਇਹਦਾ ਮਤਲਬ ਸ਼ੁਭ ਕਰਮ ਕਰ ਰਹੇ ਹਨ। ਉਹ ਸ਼ੁਭ ਕਰਮ ਕਰ ਅਤੇ ਨਾਲ ਨਾਮ ਜਪੀ ਜਾਣਾ ਬਸ। ਇੱਕ ਦਿਨ ਦਾਤਾ ਕਿਰਪਾ ਕਰ ਦੇਗਾ। ਸੋ ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।